ਕੰਚੀ ਟੀਵੀ ਦੇਖ ਰਹੇ ਸਾਰੇ ਦੋਸਤ ਮਿੱਤਰ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਭੁਪਿੰਦਰ ਅਹੀਰ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ, ਜੈ ਭਗਵਾਨ ਵਾਲਮੀਕ, ਨਮੋ ਬੁੱਧੇ, ਜੈ ਭਾਰਤ, ਨਮਸਤੇ, ਸਤਿ ਸ੍ਰੀ ਅਕਾਲ। ਅਸੀਂ ਜਿਸ ਤਰੀਕੇ ਦੇ ਨਾਲ ਵੀ ਕਿਸੇ ਨੂੰ ਮਿਲਣਾ ਚਾਹੁੰਦੇ ਹਾਂ, ਸੰਬੋਧਨ ਕਰਨਾ ਚਾਹੁੰਦੇ ਹਾਂ, ਕਿਸੇ ਨੂੰ ਜੀ ਆਇਆਂ ਕਹਿਣਾ ਚਾਹੁੰਦੇ ਹਾਂ, ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੀ ਬੋਲੀ ਦੇ ਵਿੱਚ ਆਪ ਸਾਰਿਆਂ ਨੂੰ ਅੱਜ ਦਾ ਦਿਨ ਮੁਬਾਰਕ ਹੋਵੇ। ਕਹਿੰਦੇ ਨੇ ਕਿ ਕਿਸੇ ਦੇ ਵੀ ਦੁੱਖ ਦੀ, ਕਿਸੇ ਦੀ ਪ੍ਰੋਬਲਮ ਦੀ, ਜਾਂ ਕਿਸੇ ਦੇ ਡਰ ਦੀ, ਕਿਸੇ ਦੇ ਭਾਉ ਦੀ, ਜਾਂ ਫਿਰ ਕਿਸੇ ਦੇ ਪਿਆਰ ਦੀ ਕੋਈ ਲੈਂਗੁਏਜ ਨਹੀਂ ਹੁੰਦੀ, ਕੋਈ ਡੈਫੀਨੇਸ਼ਨ ਨਹੀਂ ਹੁੰਦੀ। ਜਦੋਂ ਸਾਡੇ ਦਿਲਾਂ ਦੇ ਵਿੱਚ ਇੱਕ ਦੂਸਰੇ ਲਈ ਪਿਆਰ ਹੋਵੇ, ਇੱਕ ਦੂਸਰੇ ਲਈ ਖਿੱਚ ਹੋਵੇ, ਇੱਕ ਦੂਸਰੇ ਦੇ ਲਈ ਇੱਕ ਰਿਸਪੈਕਟ ਹੋਵੇ ਜਾਂ ਇੱਕ ਸੱਚਾਈ ਦਾ ਰਸਤਾ ਹੋਵੇ, ਤੇ ਫਿਰ ਉਸ ਨੂੰ ਪ੍ਰਗਟਾਉਣ ਦੇ ਲਈ ਜਾਂ ਉਸ ਨੂੰ ਦੱਸਣ ਦੇ ਲਈ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਉਸ ਨੂੰ ਐਕਸਪ੍ਰੈਸ ਕਰ ਸਕਦੇ ਹਾਂ। ਗੁਰੂਆਂ ਦੇ ਸ਼ਬਦ, ਬਾਣੀ, ਇਸ ਸਾਂਝੀ ਬਾਲਤਾ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਿਆ ਕਰਦੇ ਹਾਂ। ਖਾਸ ਕਰਕੇ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਵਿੱਚੋਂ ਕੋਈ ਨਾ ਕੋਈ ਸ਼ਬਦ ਲੈ ਕੇ ਅਸੀਂ ਗੁਰੂ ਜੀ ਦੇ ਸਾਨੂੰ ਕਿਸ ਪਾਸੇ ਵੱਲ ਡਾਇਵਰਟ ਕਰਨਾ ਚਾਹੁੰਦੇ ਹਨ, ਸਾਨੂੰ ਗੁਰੂ ਜੀ ਕੀ ਕਹਿਣਾ ਚਾਹੁੰਦੇ ਹਨ, ਅਸੀਂ ਉਸ ਪਾਸੇ ਵੱਲ ਗੱਲ ਕਰਿਆ ਕਰਦੇ ਹਾਂ। ਕਹਿੰਦੇ ਨੇ ਕਿ ਜ਼ਿੰਦਗੀ ਇੱਕ ਵਗਦੇ ਦਰਿਆ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਇੱਕ ਦਰਿਆ ਨੂੰ, ਇੱਕ ਰਿਵਰ ਨੂੰ ਕਿੱਥੋਂ ਪਹਾੜਾਂ ਦੇ ਵਿੱਚੋਂ ਨਿਕਲ ਕੇ ਉਸ ਨੂੰ ਕਈ ਚਟਾਨਾਂ, ਰੌਕਸ ਦੇ ਵਿੱਚੋਂ ਹੁੰਦਿਆਂ ਹੋਇਆਂ, ਪਹਾੜਾਂ ਦੇ ਵਿੱਚੋਂ, ਪੱਥਰਾਂ ਦੇ ਵਿੱਚੋਂ, ਹਨੇਰਿਆਂ ਦੇ ਵਿੱਚੋਂ, ਜੰਗਲਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ। ਕਦੇ ਕਦੇ ਉੱਚੀਆਂ ਨੀਵੀਆਂ ਜਗ੍ਹਾ ਦੇ ਵਿੱਚ ਟੱਕਰਾਂ ਮਾਰਨੀਆਂ ਪੈਂਦੀਆਂ ਹਨ। ਇਹੀ ਹੈ ਸਾਡੀ ਜ਼ਿੰਦਗੀ ਕਿ ਜਦ ਕੋਈ ਆਦਮੀ ਜਾਂ ਜਦ ਕੋਈ ਬੱਚਾ ਜਨਮ ਲੈਂਦਾ ਹੈ ਤੇ ਉਸ ਦਾ ਮਾਈਂਡ, ਉਸ ਦਾ ਦਿਮਾਗ ਤੇ ਉਸ ਦੇ ਜੋ ਫੀਚਰਸ ਹੁੰਦੇ ਹਨ ਇੱਕਦਮ ਰਿਫਰੈਸ਼ ਹੁੰਦੇ ਹਨ, ਇੱਕਦਮ ਫਰੈਸ਼ ਹੁੰਦੇ ਹਨ। ਤੇ ਜਿਉਂ-ਜਿਉਂ ਉਹ ਆਪਣੀ ਜ਼ਿੰਦਗੀ ਦੀ ਦੌੜ ਦੌੜਦਾ ਹੈ, ਤਿਉਂ-ਤਿਉਂ ਉਸ ਦੀ ਜ਼ਿੰਦਗੀ ਦੇ ਵਿੱਚ ਉੱਚੀਆਂ ਨੀਵੀਆਂ ਜਗ੍ਹਾ ਤੇ ਜਾਂਦਿਆਂ, ਚੰਗੀਆਂ ਮਾੜੀਆਂ ਜਗ੍ਹਾ ਸਿੱਖਦਿਆਂ, ਚੰਗੇ ਮਾੜੇ ਦੋਸਤਾਂ ਦੇ ਵਿੱਚ ਬੈਠਦਿਆਂ ਉੱਠਦਿਆਂ, ਜਾਂ ਜਿਹੋ ਜਿਹੇ ਪਰਿਵਾਰ, ਜਿਹੋ ਜਿਹੇ ਸਮਾਜ ਦੇ ਵਿੱਚ ਉਹ ਬੈਠਦਾ ਹੈ, ਉਹ ਉਹੋ ਜਿਹਾ ਹੀ ਹੋ ਜਾਂਦਾ ਹੈ। ਜ਼ਿੰਦਗੀ ਦੇ 4 ਪਹਿਲੂ ਖਾਸ ਕਰਕੇ ਹੁੰਦੇ ਹਨ। ਪਹਿਲਾ ਪਹਿਲੂ ਹੈ ਪਿਆਰ, ਲਵ। ਦੂਸਰਾ ਹੈ ਓਨੈਸਟੀ। ਤੀਸਰਾ ਹੈ ਟਰੁੱਥ। ਤੇ ਚੌਥਾ ਹੈ ਰਿਸਪੈਕਟ। ਇਹਨਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਕੁਛ ਵੀ ਨਹੀਂ ਰਹਿੰਦੀ। ਜਦੋਂ ਅਸੀਂ ਕਿਸੇ ਨੂੰ ਪ੍ਰੇਮ ਪਿਆਰ ਦੇ ਨਾਲ ਮਿਲਦੇ ਹਾਂ, ਬੁਲਾਉਂਦੇ ਹਾਂ, ਤੇ ਆਟੋਮੈਟਿਕਲੀ ਦੂਸਰਾ ਵੀ ਸਾਡੇ ਨਾਲ ਉਸੇ ਹੀ ਤਰੀਕੇ ਦੇ ਨਾਲ, ਉਸੇ ਹੀ ਲਹਿਜੇ ਦੇ ਨਾਲ, ਉਸੇ ਤਰੀਕੇ ਦੇ ਨਾਲ ਸਾਡੇ ਅੱਗੇ ਪੇਸ਼ ਆਉਂਦਾ ਹੈ। ਅਗਰ ਸਾਡੇ ਦਿਲਾਂ ਵਿੱਚ ਓਨੈਸਟੀ ਨਹੀਂ, ਇਮਾਨਦਾਰੀ ਨਹੀਂ, ਤੇ ਸਾਡੀ ਜ਼ਿੰਦਗੀ ਇੱਕਦਮ ਖੁਰਖਰੀ ਜਿਹੀ ਬਣ ਜਾਂਦੀ ਹੈ। ਜਿਸ ਤਰ੍ਹਾਂ ਹਰ ਇੱਕ ਬੰਦੇ ਨੂੰ ਆਪਣੇ ਆਪ ਤੋਂ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ, ਆਪਣੇ ਆਪ ਤੋਂ ਭੌ ਲੱਗਣਾ ਸ਼ੁਰੂ ਹੋ ਜਾਂਦਾ ਹੈ। ਜਿਸ ਵੇਲੇ ਆਪਣੇ ਆਪ ਤੋਂ ਬੰਦਾ ਡਰਦਾ ਹੈ, ਕਹਿੰਦੇ ਨੇ ਕਿ ਉਸ ਵੇਲੇ ਉਸ ਦੇ ਮਨ ਦੇ ਵਿੱਚ ਕੋਈ ਨਾ ਕੋਈ ਡਰ ਹੋਣ ਦੀ ਵਜ੍ਹਾ ਕਰਕੇ ਫਿਰ ਉਸ ਨੂੰ ਗੁੱਸਾ ਆਉਂਦਾ ਹੈ, ਉਹ ਦੂਸਰਿਆਂ ਦੇ ਉੱਤੇ ਕਿਸੇ ਨਾ ਕਿਸੇ ਉਤਰਾਅ ਚੜਾਅ ਦੀ ਗੱਲ ਕਰਦਾ ਹੈ, ਲੜਾਈ ਝਗੜੇ ਉੱਥੋਂ ਹੀ ਸ਼ੁਰੂ ਹੋ ਜਾਂਦੇ ਹਨ। ਅਗਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੋਜ਼ੀਟਿਵ ਖਿਆਲ ਲੈ ਕੇ ਆਉਂਦੇ ਹਾਂ ਤੇ ਪੋਜ਼ੀਟਿਵ ਖਿਆਲ ਵੀ ਹੀ ਸਾਡੀ ਇੱਕ ਚੰਗੀ ਪ੍ਰੇਅਰ ਬਣ ਜਾਂਦੇ ਹਨ। ਸਵੇਰੇ ਉੱਠਦਿਆਂ ਅਸੀਂ ਜਦੋਂ ਦੇਖਦੇ ਹਾਂ ਕਿ ਹਰ ਪਾਸੇ ਇੱਕਦਮ ਰਿਫਰੈਸ਼, ਇੱਕਦਮ ਫਰੈਸ਼ ਮਾਰਨਿੰਗ ਸਾਨੂੰ ਦਿਖਦੀ ਹੈ। ਇਹੀ ਡੈਫੀਨੇਸ਼ਨ ਹੈ ਜ਼ਿੰਦਗੀ ਦੇ ਵਿੱਚ ਸਫਲਤਾ ਦੀ, ਸਕਸੈਸ ਦੀ। ਕਹਿੰਦੇ ਨੇ ਕਿ ਸਕਸੈਸ ਇਜ਼ ਲਾਈਕ ਅਰਲੀ ਫਰੈਸ਼ ਮਾਰਨਿੰਗ। ਅਗਰ ਤੁਸੀਂ ਅਰਲੀ ਫਰੈਸ਼ ਮਾਰਨਿੰਗ ਦੇ ਵਿੱਚ ਸੁੱਤੇ ਹੋ ਤੇ ਫਿਰ ਤੁਸੀਂ ਫਰੈਸ਼ ਮਾਰਨਿੰਗ ਦਾ, ਅਰਲੀ ਮਾਰਨਿੰਗ ਦਾ ਆਨੰਦ ਨਹੀਂ ਮਾਣ ਸਕਦੇ। ਅਗਰ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਣਨਾ ਹੈ, ਅਗਰ ਆਪਣੀ ਜ਼ਿੰਦਗੀ ਨੂੰ ਚੰਗੇ ਰਸਤੇ ਵਿੱਚ ਲਿਜਾ ਕੇ ਅਸੀਂ ਪੋਜ਼ਿਟਿਵ ਖਿਆਲਾਂ ਦੇ ਦੁਆਰਾ ਅਸੀਂ ਆਪਣੀ ਜ਼ਿੰਦਗੀ ਨੂੰ ਇੱਕ ਸਕਸੈਸਫੁਲ ਜਾਂ ਇੱਕ ਸੈਟਿਸਫਾਈਡ ਲਾਈਫ ਬਣਾਉਣਾ ਹੈ, ਤੇ ਫਿਰ ਸਾਨੂੰ ਗੁਰੂਆਂ ਦੇ ਕਹੇ ਹੋਏ ਸ਼ਬਦ, ਗੁਰੂਆਂ ਦੀ ਕਹੀ ਹੋਈ ਬਾਣੀ, ਗੁਰੂਆਂ ਦੇ ਲਿਖੇ ਹੋਏ ਵਿਚਾਰਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ। ਗੁਰੂਆਂ ਦਾ ਵਿਚਾਰ, ਗੁਰੂਆਂ ਦੇ ਸ਼ਬਦ, ਗੁਰੂਆਂ ਦੇ ਸ਼ਲੋਕ ਪਤਾ ਨਹੀਂ ਕਿਹੜੇ ਵੇਲੇ ਸਾਡੀ ਜ਼ਿੰਦਗੀ ਨੂੰ ਬਦਲ ਦੇਣ। ਜਾਂ ਫਿਰ ਜਦੋਂ ਕਹਿੰਦੇ ਨੇ ਕਿ ਅਸੀਂ ਕੋਈ ਵੀ ਗੀਤ ਸੁਣਦੇ ਹਾਂ, ਸੰਗੀਤ ਸੁਣਦੇ ਹਾਂ, ਕੋਈ ਧੁਨ ਸੁਣਦੇ ਹਾਂ, ਜਾਂ ਫਿਰ ਕੋਈ ਸ਼ਬਦ ਸੁਣਦੇ ਹਾਂ, ਗੁਰੂ ਜੀ ਨੇ ਸਾਰੇ ਸ਼ਬਦਾਂ ਨੂੰ ਆਪਣੇ ਵੱਖੋ ਵੱਖ ਰਾਗਾਂ ਦੇ ਵਿੱਚ ਲਿਖਿਆ। ਉਹਨਾਂ ਦੇ ਰਾਗਾਂ ਦੇ ਵਿੱਚ ਲਿਖਣ ਦਾ ਮਤਲਬ ਵੀ ਇਹ ਸੀ ਕਿ ਉਹਨਾਂ ਨੇ ਇੱਕ ਸ਼ਬਦ ਦੇ ਨਾਲ ਨਾਲ ਉਸ ਦੇ ਵਿੱਚ ਇੱਕ ਮਿਠਾਸ ਭਰੀ, ਜਿਸ ਮਿਠਾਸ ਨੂੰ ਅਸੀਂ ਫੀਲ ਕਰਦੇ ਹਾਂ, ਸੁਣਦੇ ਹਾਂ, ਤੇ ਉਸ ਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ। ਕਹਿੰਦੇ ਨੇ ਕਿ ਇੱਕ ਸ਼ਬਦ ਜਾਂ ਇੱਕ ਗੀਤ ਸਾਡੀ ਜ਼ਿੰਦਗੀ ਦੇ ਕਈ ਪਲ ਬਦਲ ਦਿੰਦਾ ਹੈ। ਭਾਵੇਂ ਸਾਡਾ ਮਾਈਂਡ ਅਪਸੈਟ ਹੋਵੇ, ਦੁਖੀ ਹੋਵੇ, ਜਾਂ ਗੁੱਸੇ ਦੇ ਵਿੱਚ ਹੋਵੇ, ਜਦੋਂ ਅਸੀਂ ਕਿਸੇ ਮਿਊਜ਼ਿਕ ਦੇ ਨਾਲ ਨੂੰ ਸੁਣ ਕੇ, ਧੁਨਾਂ ਨੂੰ ਸੁਣ ਕੇ, ਜਾਂ ਫਿਰ ਅਸੀਂ ਕਿਸੇ ਤਰੀਕੇ ਦੇ ਨਾਲ ਉਸ ਨੂੰ
ਫੀਲ ਕਰਦੇ ਹਾਂ ਉਸ ਦਾ ਅਸਰ ਸਾਡੇ ਦਿਮਾਗ ਤੇ ਹੁੰਦਾ ਹੈ ਤੇ ਸਾਡੀ ਜ਼ਿੰਦਗੀ ਦੇ ਸਾਰੇ ਗਿਲੇ ਸਾਰੇ ਦੁੱਖ ਸਾਰੀਆਂ ਤਕਲੀਫਾਂ ਭੁੱਲ ਜਾਂਦੀਆਂ ਹਨ। ਇਸੇ ਵਜ੍ਹਾ ਕਰਕੇ ਹੀ ਅਸੀਂ ਮੰਦਰਾਂ ਦੇ ਵਿੱਚ ਜਾਂਦੇ ਹਾਂ, ਇਸੇ ਵਜ੍ਹਾ ਕਰਕੇ ਹੀ ਅਸੀਂ ਗੁਰਦੁਆਰਿਆਂ ਵਿੱਚ ਜਾਂਦੇ ਹਾਂ, ਇਸੇ ਵਜ੍ਹਾ ਕਰਕੇ ਹੀ ਅਸੀਂ ਚਰਚ ਦੇ ਵਿੱਚ ਜਾਂ ਹੋਰ ਜਿੰਨੇ ਵੀ ਰਿਲੀਜੀਅਸ ਪਲੇਸਿਸ ਹੁੰਦੇ ਹਨ ਅਸੀਂ ਉਹਨਾਂ ਤੇ ਜਾਂਦੇ ਹਾਂ। ਸਾਡੇ ਜਾਣ ਦਾ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਸੁਖਾਲੀ ਹੋ ਜਾਵੇ, ਸਾਨੂੰ ਹਰ ਪਾਸੇ ਵਿੱਚ ਸਫਲਤਾ ਮਿਲੇ, ਸਾਨੂੰ ਹਰ ਪਾਸਿਓਂ ਸੈਟਿਸਫੈਕਸ਼ਨ ਮਿਲੇ। ਹਰ ਇੱਕ ਆਦਮੀ ਚਾਹੁੰਦਾ ਹੈ ਕਿ ਉਸ ਦੇ ਕੋਲ ਵੱਡਾ ਘਰ ਹੋਵੇ, ਵਧੀਆ ਕਾਰ ਹੋਵੇ, ਦੋਸਤ ਮਿੱਤਰ ਚੰਗੇ ਹੋਣ, ਰਿਸ਼ਤੇਦਾਰ ਚੰਗੇ ਹੋਣ। ਪਰ ਕੁਛ ਹੀ ਲੋਕ ਹੁੰਦੇ ਹਨ ਜੋ ਇਹਨਾਂ ਦੇ ਵਿੱਚ ਵਰਤ ਕੇ ਉਹਨਾਂ ਨੂੰ ਕਿਸ ਤਰ੍ਹਾਂ ਬਿਊਟੀਫੁਲ ਬਣਾਉਣਾ ਹੈ, ਉਹਨਾਂ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਉਸ ਇਹੋ ਜਿਹੇ ਹਾਲਾਤਾਂ ਨੂੰ, ਮਾੜੇ ਹਾਲਾਤਾਂ ਨੂੰ ਵੀ ਚੰਗੇ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਬਦਲਣਾ ਹੈ, ਉਹ ਕੁਛ ਲੋਕ ਹੀ ਜਾਣਦੇ ਹਨ ਜਿਨ੍ਹਾਂ ਨੂੰ ਜਾਂ ਸੰਤਾਂ ਦਾ ਨਾਮ ਦਿੱਤਾ ਜਾਵੇ ਜਾਂ ਫਿਰ ਇੱਕ ਭਲੇ ਪੁਰਸ਼ ਜਾਂ ਇੱਕ ਚੰਗੇ ਇਨਸਾਨ ਦਾ ਨਾਮ ਦਿੱਤਾ ਜਾਵੇ। ਜਿਸ ਤਰ੍ਹਾਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੋ ਜਿਹੀ ਸਾਡੀ ਸੰਗਤ ਹੁੰਦੀ ਹੈ, ਜਿਹੋ ਜਿਹੀ ਸਾਡੀ ਸੁਸਾਇਟੀ ਹੁੰਦੀ ਹੈ, ਜਿਹੋ ਜਿਹੇ ਲੋਕਾਂ ਦੇ ਵਿੱਚ ਅਸੀਂ ਵਰਤਦੇ ਹਾਂ, ਜਿਹੋ ਜਿਹੇ ਲੋਕਾਂ ਵਿੱਚ ਅਸੀਂ ਵਿਚਰਦੇ ਹਾਂ, ਉਹੀ ਜਿਹੀ ਸਾਡੀ ਜ਼ਿੰਦਗੀ ਬਣ ਜਾਂਦੀ ਹੈ। ਅਗਰ ਅਸੀਂ ਮਾੜੇ ਲੋਕਾਂ ਦੇ ਵਿੱਚ ਬੈਠਦੇ ਹਾਂ, ਆਟੋਮੈਟਿਕਲੀ ਅਸੀਂ ਉਹਨਾਂ ਦੇ ਕੋਲੋਂ ਕੁਛ ਨਾ ਕੁਛ ਸਿੱਖ ਕੇ ਆਪਣੀ ਜ਼ਿੰਦਗੀ ਨੂੰ ਉਸ ਪਾਸੇ ਵੱਲ ਲੈ ਜਾਂਦੇ ਹਾਂ। ਅਗਰ ਅਸੀਂ ਚੰਗੇ ਸਕੂਲ, ਚੰਗੀ ਯੂਨੀਵਰਸਿਟੀ, ਚੰਗੇ ਟੀਚਰ, ਚੰਗੇ ਮੰਦਰ, ਚੰਗੇ ਗੁਰਦੁਆਰੇ ਵਿੱਚ ਜਾ ਕੇ ਉੱਥੋਂ ਕੁਛ ਨਾ ਕੁਛ ਸਿੱਖਦੇ ਹਾਂ ਤੇ ਸਾਡੇ ਖਿਆਲ ਆਪਣੇ ਆਪ ਬਦਲ ਜਾਂਦੇ ਹਨ। ਇਹੀ ਹੈ ਜ਼ਿੰਦਗੀ। ਤੇ ਇਸ ਦੇ ਨਾਲ ਕਹਿੰਦੇ ਨੇ ਕਿ ਅਗਰ ਤੁਹਾਡੇ ਦਿਮਾਗ ਦੇ ਵਿੱਚ ਜਾਂ ਸਾਡੇ ਦਿਮਾਗ ਦੇ ਵਿੱਚ ਕੋਈ ਇਹੋ ਜਿਹਾ ਆਈਡੀਆ ਆ ਜਾਵੇ, ਜਿਸ ਤਰ੍ਹਾਂ ਅੱਜ ਅਸੀਂ ਕਰੋਨਾ ਵਾਇਰਸ ਦੀ ਗੱਲ ਕਰਦੇ ਹਾਂ ਜਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੀ ਗੱਲ ਕਰਦੇ ਹਾਂ, ਅਗਰ ਸਾਇੰਟਿਸਟ ਦੇ ਦਿਮਾਗ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਆ ਜਾਵੇ ਕਿ ਇਸ ਨੂੰ ਕਿਸ ਤਰ੍ਹਾਂ ਕਿਉਰ ਕਰਨਾ ਹੈ ਤੇ ਉਸ ਦਾ ਇਲਾਜ ਲੱਭ ਲੈਂਦੇ ਹਾਂ। ਡਿਸਕਵਰੀਜ਼ ਹੁੰਦੀਆਂ ਹਨ, ਲੋਕ ਸੋਚਦੇ ਹਨ, ਲੋਕ ਕੋਈ ਨਾ ਕੋਈ ਪਲਾਨ ਕਰਦੇ ਹਨ, ਉਸ ਪਲਾਨ ਦੇ ਨਾਲ ਹੀ ਦੁਨੀਆ ਬਦਲ ਜਾਂਦੀ ਹੈ। ਆਓ ਆਪਾਂ ਜ਼ਿੰਦਗੀ ਦੇ ਇਹੋ ਜਿਹੇ ਪਲਾਨ ਬਣਾਈਏ, ਆਪਾਂ ਇਹੋ ਜਿਹੇ ਜ਼ਿੰਦਗੀ ਵਿੱਚ ਸੋਚ ਰੱਖੀਏ, ਆਪਾਂ ਜ਼ਿੰਦਗੀ ਵਿੱਚ ਇੱਕ ਇਹੋ ਜਿਹੀ ਧੁਨ ਨੂੰ ਮਿਕਸ ਕਰੀਏ ਕਿ ਜਿਸ ਤਰ੍ਹਾਂ ਅਸੀਂ ਜ਼ਿੰਦਗੀ ਸਟਾਰਟ ਕਰਦੇ ਹਾਂ, ਉਸ ਜ਼ਿੰਦਗੀ ਦੇ ਨਾਲ ਉਹਨਾਂ ਖਿਆਲਾਂ ਦਾ, ਉਹਨਾਂ ਥਾਟਸ ਦਾ ਜਾਂ ਉਹਨਾਂ ਚੀਜ਼ਾਂ ਦਾ ਸਾਡੇ ਤੇ ਅਸਰ ਹਮੇਸ਼ਾ ਰਹੇ। ਜਿਸ ਤਰ੍ਹਾਂ ਅਸੀਂ ਚੱਲਦੇ ਹਾਂ, ਤੁਰਦੇ ਹਾਂ ਤੇ ਕਹਿੰਦੇ ਨੇ ਕਿ ਸਾਡੀ ਸ਼ੈਡੋ, ਸਾਡਾ ਜੋ ਪਰਛਾਵਾਂ ਹੁੰਦਾ ਹੈ, ਉਹ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਇਸੇ ਤਰ੍ਹਾਂ ਹੀ ਜੋ ਸਾਡੇ ਖਿਆਲ ਹੁੰਦੇ ਹਨ, ਜੋ ਸਾਡੀ ਸੋਚ ਹੁੰਦੀ ਹੈ, ਜਾਂ ਜਿਸ ਯੂਨੀਵਰਸਿਟੀ ਜਾਂ ਜਿਸ ਕਾਲਜ ਵਿੱਚ ਜਾ ਕੇ ਅਸੀਂ ਕੁਛ ਨਾ ਕੁਛ ਲਰਨ ਕੀਤਾ ਹੁੰਦਾ ਹੈ, ਜੋ ਉਹ ਨੌਲੇਜ ਹੁੰਦਾ ਹੈ, ਉਹ ਜੋ ਗਿਆਨ ਹੁੰਦਾ ਹੈ, ਉਹ ਅਸੀਂ ਦੁਨੀਆ ਦੇ ਕਿਸੇ ਕੋਰਨਰ ਦੇ ਵਿੱਚ ਵੀ ਚਲੇ ਜਾਈਏ, ਉਹ ਸਾਡੇ ਕੋਲੋਂ ਕੋਈ ਖੋ ਨਹੀਂ ਸਕਦਾ। ਕਿੰਨੀ ਚੰਗੀ ਗੱਲ ਹੈ ਕਿ ਜੋ ਕਿਸੇ ਵੀ ਦੇਸ਼ ਦੇ ਵਿੱਚ, ਕਿਸੇ ਵੀ ਕੰਟਰੀ ਦੇ ਵਿੱਚ ਜਿਹੋ ਜਿਹੇ ਵੀ ਉਹ ਟੈਕਨੀਕ ਨੂੰ ਸਿੱਖਦੇ ਹਨ, ਅਗਰ ਕੋਈ ਕਾਰਪੈਂਟਰ ਹੈ, ਉਸ ਨੂੰ ਪਤਾ ਹੈ ਕਿ ਉਸਨੇ ਵਿੰਡੋਜ਼, ਡੋਰ, ਤਾਕੀਆਂ, ਦਰਵਾਜ਼ੇ ਕਿਸ ਤਰ੍ਹਾਂ ਬਣਾਉਣੇ ਹਨ, ਕਿਸ ਤਰ੍ਹਾਂ ਫਿੱਟ ਕਰਨੇ ਹਨ, ਉਹ ਦੁਨੀਆ ਦੇ ਕਿਸੇ ਕੋਰਨਰ ਦੇ ਵਿੱਚ ਵੀ ਚਲਾ ਜਾਵੇ ਤੇ ਉਹ ਆਪਣੀ ਟੈਕਨੀਕ ਨੂੰ, ਆਪਣੀ ਸੋਚ ਨੂੰ, ਆਪਣੇ ਦਿਮਾਗ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ। ਇਸੇ ਤਰ੍ਹਾਂ ਹੀ ਭਾਵੇਂ ਕੋਈ ਦਰਜੀ ਹੋਵੇ ਜਾਂ ਕੋਈ ਜੁੱਤੀਆਂ ਬਣਾਉਂਦਾ ਹੋਵੇ ਜਾਂ ਫਿਰ ਕੋਈ ਡਾਕਟਰ ਹੋਵੇ ਜਾਂ ਕੋਈ ਟੀਚਰ ਹੋਵੇ, ਉਹ ਆਪਣੇ ਨੌਲੇਜ ਨੂੰ, ਆਪਣੇ ਗਿਆਨ ਨੂੰ ਤੇ ਆਪਣੀ ਜੋ ਹੁਨਰ ਹੈ, ਉਸ ਨੂੰ, ਜੋ ਕੰਮ ਕਰਨ ਦਾ ਤਰੀਕਾ ਹੈ, ਉਹ ਕਿਤੇ ਵੀ ਚਲਿਆ ਜਾਵੇ, ਉਹ ਆਪਣੇ ਉਸ ਹੁਨਰ ਨੂੰ, ਆਪਣੇ ਉਸ ਨੌਲੇਜ ਨੂੰ ਹਮੇਸ਼ਾ ਹੀ ਨਾਲ ਲੈ ਕੇ ਜਾਂਦਾ ਹੈ। ਤੇ ਜ਼ਿੰਦਗੀ ਹਰ ਸਟੈਪ ਤੇ, ਹਰ ਦਿਨ, ਹਰ ਰਾਤ ਬਦਲਦੀ ਰਹਿੰਦੀ ਹੈ। ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ। ਇੱਕ ਚੰਗਾ ਸਟੈਪ ਲਿਆ ਸਾਡੀ ਚੰਗੀ ਜ਼ਿੰਦਗੀ ਦੀ ਚੰਗੀ ਸ਼ੁਰੂਆਤ ਕਰ ਦਿੰਦਾ ਹੈ। ਕਦੇ ਕਈ ਇਨਸਾਨ ਜੋ ਇੰਜ ਲੱਗਦਾ ਹੈ ਕਿ ਉਹ ਕਿਸੇ ਪਹਾੜ ਦੇ ਬਿਲਕੁਲ ਕਿਨਾਰੇ ਤੇ ਖੜੇ ਹੋਣ, ਬਿਲਕੁਲ ਐਜ ਤੇ ਖੜੇ ਹੋਣ, ਤੇ ਉਹਨਾਂ ਨੂੰ ਲੱਗਦਾ ਹੈ ਕਿ ਨੈਕਸਟ ਸਟੈਪ ਲਿਆ, ਇੱਕ ਹੀ ਸਟੈਪ ਹੀ ਲਿਆ, ਉਹਨਾਂ ਦੀ ਜ਼ਿੰਦਗੀ ਬਦਲ ਸਕਦਾ ਹੈ, ਉਹਨਾਂ ਦੀ ਜ਼ਿੰਦਗੀ ਖਤਮ ਕਰ ਸਕਦਾ ਹੈ। ਤੇ ਜਾਂ ਫਿਰ ਕਿਸੇ ਚੰਗੇ ਪਾਸੇ ਵੱਲ ਇੱਕ ਸਟੈਪ ਲਿਆ ਹੋਇਆ ਸਟੈਪ ਉਹਨਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਹੀ ਸੁਹਾਵਣਾ, ਖੁਸ਼ਹਾਲ ਬਣਾ ਦਿੰਦਾ ਹੈ। ਇਸੇ ਤਰ੍ਹਾਂ ਹੀ ਇੱਕ ਪ੍ਰੇਅਰ ਹੈ, ਇੱਕ ਅਰਦਾਸ ਹੈ। ਅਰਦਾਸ ਜਦੋਂ ਅਸੀਂ ਕਰਦੇ ਹਾਂ, ਜਦੋਂ ਅਸੀਂ ਅਰਦਾਸ ਸੁਣਦੇ ਹਾਂ ਜਾਂ ਇਹੋ ਜਿਹੇ ਐਟਮੋਸਫੀਅਰ ਦੇ ਵਿੱਚ ਬੈਠਦੇ ਹਾਂ ਜਿੱਥੋਂ ਅਸੀਂ ਕੁਝ ਐਕਸਪੈਕਟ ਕਰਦੇ ਹਾਂ ਕਿ ਆਉਣ ਵਾਲੇ ਪਲ ਮੇਰੀ ਜ਼ਿੰਦਗੀ ਬਦਲ ਸਕਦੇ ਹਨ, ਤੇ ਉਹ ਅਰਦਾਸ, ਉਹ ਪ੍ਰੇਅਰ ਸਾਡੀ ਜ਼ਿੰਦਗੀ ਦੇ ਵਿੱਚ ਜੋ ਇੰਪੋਸੀਬਿਲਿਟੀਜ਼ ਹੁੰਦੀਆਂ ਹਨ,
ਜਾਂ ਕੋਈ ਕੰਮ ਇਹੋ ਜਿਹਾ ਦਿਖਦਾ ਹੈ ਜਾਂ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਹਨੇਰਾ ਦਿਸਦਾ ਹੈ, ਉਸ ਹਨੇਰੇ ਨੂੰ ਹਮੇਸ਼ਾ ਹੀ ਦੂਰ ਕਰ ਦਿੰਦੇ ਹਨ। ਆਓ ਆਪਾਂ ਆਪਣੇ ਖਿਆਲਾਂ ਨੂੰ ਬਦਲੀਏ, ਆਪਣੀ ਸੋਚ ਨੂੰ ਬਦਲੀਏ। ਆਪਣੀ ਸੋਚ ਜਦ ਬਦਲਾਂਗੇ, ਆਪਣੇ ਆਪ ਸਾਡੀ ਤਕਦੀਰ ਵੀ ਬਦਲ ਜਾਂਦੀ ਹੈ। ਗੁਰੂਆਂ ਦੇ ਆਦੇਸ਼, ਗੁਰੂਆਂ ਦੀ ਬਾਣੀ, ਗੁਰੂਆਂ ਦੇ ਦਿਖਾਏ ਹੋਏ ਰਸਤੇ ਨੂੰ ਸਮਝਣਾ ਨਾ ਹੀ ਬੜਾ ਮੁਸ਼ਕਲ ਹੈ ਤੇ ਨਾ ਹੀ ਬੜਾ ਆਸਾਨ ਹੈ। ਇਹ ਸਿਰਫ ਸਾਡੀ ਸੋਚ ਹੀ ਸਾਨੂੰ ਉਸ ਪਾਸੇ ਵੱਲ ਲਿਜਾ ਸਕਦੀ ਹੈ। ਅਗਰ ਅਸੀਂ ਉਸ ਪਾਸੇ ਨੂੰ ਚੱਲਾਂਗੇ ਤੇ ਆਟੋਮੈਟਿਕਲੀ ਹੀ ਸਾਨੂੰ ਉਸ ਪਾਸੇ ਵੱਲ ਜਾਣ ਦਾ ਕੋਈ ਨਾ ਕੋਈ ਰਸਤਾ ਮਿਲਦਾ ਹੈ। ਜਿਉਂ-ਜਿਉਂ ਅਸੀਂ ਕਿਸੇ ਵੀ ਸਬਜੈਕਟ ਨੂੰ, ਕਿਸੇ ਵੀ ਟੌਪਿਕ ਨੂੰ ਪੜ੍ਹਦੇ ਹਾਂ, ਉਸ ਰਸਤੇ ਤੇ ਚੱਲਣ ਦਾ ਸਾਨੂੰ ਕੋਈ ਨਾ ਕੋਈ ਰਸਤਾ ਮਿਲ ਜਾਂਦਾ ਹੈ। ਇਹ ਜ਼ਿੰਦਗੀ ਇੱਕ ਪੌੜੀ ਦੀ ਤਰ੍ਹਾਂ ਹੈ, ਇੱਕ ਸੀढ़ी ਦੀ ਤਰ੍ਹਾਂ ਹੈ, ਇੱਕ ਸਟੇਅਰਕੇਸ ਦੀ ਤਰ੍ਹਾਂ ਹੈ। ਅਸੀਂ ਪਹਿਲੇ ਸਟੈਪ ਤੇ ਪੈਰ ਰੱਖਦੇ ਹਾਂ, ਫਿਰ ਦੂਸਰੇ ਤੇ, ਫਿਰ ਤੀਸਰੇ ਤੇ, ਫਿਰ ਚੌਥੇ ਤੇ, ਚਲਦਿਆਂ ਚਲਦਿਆਂ ਅਸੀਂ ਜ਼ਿੰਦਗੀ ਦੇ ਵਿੱਚ ਕਿਸੇ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ। ਮੰਜ਼ਿਲ ਕਦੇ ਪਲਾਨ ਵੀ ਨਹੀਂ ਕੀਤੀ ਹੁੰਦੀ। ਮੰਜ਼ਿਲ ਸਿਰਫ ਅਸੀਂ ਸੋਚ ਸਕਦੇ ਹਾਂ ਕਿ ਮੈਂ ਇੱਥੇ ਜਾਣਾ ਹੈ, ਪਰ ਜਦ ਤੱਕ ਅਸੀਂ ਉਸ ਪਾਸੇ ਵੱਲ ਸਟੈਪ ਲੈਣਾ ਨਹੀਂ ਸੋਚਦੇ, ਤਦ ਤੱਕ ਅਸੀਂ ਆਪਣੀ ਜਗ੍ਹਾ ਦੇ ਵਿੱਚ ਹੀ ਬੈਠੇ ਰਹਿੰਦੇ ਹਾਂ। ਜਦ ਤੱਕ ਤੁਸੀਂ ਇੱਕ ਸਟੈਪ ਜਗ੍ਹਾ ਤੋਂ ਚੱਲ ਕੇ ਦੂਸਰੀ ਜਗ੍ਹਾ ਵੱਲ ਜਾਣਾ ਸ਼ੁਰੂ ਨਹੀਂ ਕਰਦੇ, ਤਦ ਤੱਕ ਅਸੀਂ ਉਸ ਜਗ੍ਹਾ ਤੇ ਨਹੀਂ ਪਹੁੰਚਦੇ। ਭਾਵੇਂ ਅਸੀਂ ਬੈਠੇ ਬੈਠੇ ਪਲਾਨ ਕਰਦੇ ਰਹਿੰਦੇ ਹਾਂ ਕਿ ਮੈਂ ਇਸ ਜਗ੍ਹਾ ਤੇ ਜਾਣਾ ਹੈ, ਮੈਂ ਇਹ ਕਰਨਾ ਹੈ, ਮੈਂ ਉਹ ਕਰਨਾ ਹੈ। ਅਗਰ ਅਸੀਂ ਉਸ ਨੂੰ ਕਰਨਾ ਨਹੀਂ ਸ਼ੁਰੂ ਕਰਦੇ, ਤਦ ਤੱਕ ਉਹ ਕੰਮ ਕਦੇ ਵੀ ਨੇਪਰੇ ਨਹੀਂ ਚੜ੍ਹਦਾ। ਬੈਠਾ ਬੈਠਾ ਬੰਦਾ ਬਹੁਤ ਸਾਰਾ ਪਲਾਨ ਕਰਦਾ ਰਹਿੰਦਾ ਹੈ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਜ਼ਿੰਦਗੀ ਇੱਕ ਚੱਲਦੇ ਹੋਏ ਦਰਿਆ ਦੀ ਤਰ੍ਹਾਂ ਹੈ, ਤੇ ਜਦੋਂ ਅਸੀਂ ਚੱਲਦੇ ਹਾਂ ਤੇ ਇਸ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਵੀ ਆਉਂਦਾ ਹੈ, ਉੱਚੀਆਂ ਨੀਵੀਆਂ ਜਗ੍ਹਾ ਵੀ ਆਉਂਦੀਆਂ ਹਨ, ਤੇ ਡਰਾਉਣੀਆਂ ਜਗ੍ਹਾ ਵੀ ਆਉਂਦੀਆਂ ਹਨ, ਡਰ ਵੀ ਆਉਂਦਾ ਹੈ, ਭੌ ਵੀ ਆਉਂਦਾ ਹੈ, ਬੁਰੇ ਖਿਆਲ ਵੀ ਆਉਂਦੇ ਹਨ। ਤੇ ਕਦੇ ਕਦੇ ਥੱਕਿਆ ਹਾਰਿਆ ਹੋਇਆ ਆਦਮੀ ਤੇ ਉਹ ਆਪਣੇ ਕੰਮਾਂ ਤੋਂ, ਆਪਣੇ ਖਿਆਲਾਂ ਤੋਂ, ਆਪਣੇ ਸਟੈਪਸ ਤੋਂ ਇੰਨਾ ਦੂਰ ਚਲੇ ਜਾਂਦਾ ਹੈ ਕਿ ਉਸ ਨੂੰ ਸਕਸੈਸ ਨਜ਼ਰ ਨਹੀਂ ਆਉਂਦੀ। ਮੈਂ ਗੱਲ ਕਰ ਰਿਹਾ ਸਕਸੈਸ ਦੀ, ਜਿਸ ਨੂੰ ਅਸੀਂ ਅਚੀਵਮੈਂਟ ਕਹਿੰਦੇ ਹਾਂ, ਕਿ ਕੁਝ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੁੰਦੇ ਹਨ ਤੇ ਕੁਝ ਲੋਕ ਜ਼ਿੰਦਗੀ ਦੇ ਵਿੱਚ ਫੇਲ ਹੁੰਦੇ ਹਨ। ਫੇਲ ਹੋਣ ਦਾ ਇੱਕੋ ਇੱਕ ਰੀਜ਼ਨ ਹੁੰਦਾ ਹੈ ਕਿ ਉਸਨੇ ਉਸ ਪਾਸੇ ਵੱਲ ਚੱਲਣ ਦੇ ਲਈ, ਉਸ ਪਾਸੇ ਵੱਲ ਜਾਣ ਦੇ ਲਈ ਆਪਣੀ ਮਿਹਨਤ ਨੂੰ, ਆਪਣੇ ਦਿਲ ਨੂੰ ਉਹਨੇ ਪਾਸੇ ਵੱਲ ਨਹੀਂ ਲਾਇਆ ਜਾਂਦਾ। ਪਰ ਅਗਰ ਉਸ ਦੇ ਮਨ ਦੇ ਵਿੱਚ ਇੱਕ ਚੀਜ਼ ਆ ਜਾਵੇ ਜਿਸ ਨੂੰ ਸੈਟਿਸਫੈਕਸ਼ਨ ਕਿਹਾ ਜਾਂਦਾ ਹੈ, ਸੈਟਿਸਫੈਕਸ਼ਨ ਤੁਹਾਡੇ ਜਿਸ ਸਾਡੇ ਆਪਣੇ ਦਿਲ, ਦਿਮਾਗ ਤੇ ਜੋ ਸਾਡੀ ਆਤਮਾ ਹੈ ਉਸ ਨੂੰ ਫੀਲ ਕਰ ਸਕਦੀ ਹੈ, ਉਸ ਨੂੰ ਅਹਿਸਾਸ ਹੋ ਜਾਂਦਾ ਹੈ। ਅਗਰ ਅਸੀਂ ਜਿਸ ਜਗ੍ਹਾ ਤੇ ਵੀ ਬੈਠੇ ਹਾਂ, ਅਗਰ ਅਸੀਂ ਸੈਟਿਸਫਾਈਡ ਹਾਂ, ਅਗਰ ਅਸੀਂ ਸ਼ਾਂਤ ਹਾਂ, ਅਗਰ ਜੋ ਵੀ ਸਾਨੂੰ ਮਿਲਿਆ ਅਸੀਂ ਉਸ ਦੇ ਵਿੱਚ ਗੁਜ਼ਾਰਾ ਕਰਨਾ ਸਿੱਖ ਜਾਂਦੇ ਹਾਂ, ਤੇ ਅਸੀਂ ਆਪਣੀ ਜ਼ਿੰਦਗੀ ਨੂੰ ਸੈਟਿਸਫਾਈਡ ਜ਼ਿੰਦਗੀ ਸਮਝਦੇ ਹਾਂ। ਤੇ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਖਿੱਚੋਤਾਣ ਲੱਗੀ ਰਹਿੰਦੀ ਹੈ ਤੇ ਫਿਰ ਉਹ ਬੰਦਾ ਕਦੇ ਵੀ ਆਪਣੇ ਆਪ ਨੂੰ ਸਕਸੈਸਫੁਲ ਨਹੀਂ ਸਮਝ ਸਕਦਾ। ਸ਼ਬਦਾਂ ਦੇ ਵਿੱਚ ਆਉਂਦਾ ਹੈ, ਪੱਲੇ ਰਿਜ਼ਕ ਨਹੀਂ ਬੰਨ੍ਹਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਸਦਕਾ ਰੱਬ ਦਾ ਤਿਨਾਂ ਰਿਜ਼ਕ ਹਮੇਸ਼। ਕਿੰਨੀ ਸੋਹਣੀ ਗੱਲ ਸ਼ਬਦਾਂ ਦੇ ਵਿੱਚ ਲਿਖੀ ਗਈ ਹੈ, ਪਰ ਇਸ ਨੂੰ ਜ਼ਿੰਦਗੀ ਦੇ ਵਿੱਚ ਅਡਾਪਟ ਕਰਨ ਦੇ ਲਈ, ਇਸ ਨੂੰ ਜ਼ਿੰਦਗੀ ਦੇ ਵਿੱਚ ਸਮਝਣ ਦੇ ਸਾਨੂੰ ਐਕਸਪੀਰੀਅੰਸ ਦੀ ਜਾਂ ਪ੍ਰੈਕਟਿਸ ਦੀ ਜ਼ਰੂਰਤ ਪੈਂਦੀ ਹੈ। ਕਹਿ ਤੇ ਆਪਾਂ ਸਾਰੇ ਦਿੰਦੇ ਹਾਂ ਕਿ ਬੰਦੇ ਨੂੰ ਲਾਲਚ ਨਹੀਂ ਕਰਨਾ ਚਾਹੀਦਾ, ਗ੍ਰੀਡੀ ਨਹੀਂ ਹੋਣਾ ਚਾਹੀਦਾ, ਉਸ ਦੇ ਮਨ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ, ਪਰ ਕਿੰਨੇ ਅਸੀਂ ਹਾਂ ਕਿ ਸਾਡੇ ਮਨਾਂ ਦੇ ਵਿੱਚ ਇਸ ਚੀਜ਼ ਦਾ ਵਾਸ ਕਰ ਲਿਆ ਜਾਂਦਾ ਹੈ। ਗੁਰੂ ਜੀ ਐਗਜ਼ਾਮਪਲ ਦਿੰਦੇ ਹਨ ਕਿ ਪੰਛੀ, ਬਰਡਸ ਜਾਂ ਫਿਰ ਐਨੀਮਲਸ, ਕੀ ਉਹ ਕਦੇ ਆਪਣੇ ਬੈਂਕ ਬੈਲੈਂਸ ਬਣਾਉਂਦੇ ਆ? ਕੀ ਉਹ ਕਦੇ ਆਪਣਾ ਫੂਡ ਉਹ ਸਾਲ 2 ਸਾਲ ਲਈ ਜਾਂ 10 ਸਾਲ ਲਈ ਉਹ ਜਮ੍ਹਾਂ ਕਰਕੇ ਰੱਖਦੇ ਆ? ਉਹ ਸਿਰਫ ਸਵੇਰੇ ਉੱਠ ਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਦਿੰਦੇ ਆ, ਤੇ ਜਦ ਜ਼ਿੰਦਗੀ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਉਸ ਦੇ ਨਾਲ ਨਾਲ ਉਸ ਨੂੰ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਮਿਲਦਾ ਰਹਿੰਦਾ ਹੈ। ਆਓ ਆਪਾਂ ਵੀ ਗੁਰੂ ਜੀ ਦੇ ਆਸ਼ੀਰਵਾਦ ਦੇ ਨਾਲ, ਗੁਰੂ ਜੀ ਦੀ ਬਲੈਸਿੰਗ ਦੇ ਨਾਲ, ਜਾਂ ਆਪਣੀ ਸੋਚ ਨੂੰ ਉਸ ਪਾਸੇ ਵੱਲ ਲੈ ਕੇ ਜਾਈਏ ਜੋ ਸਾਨੂੰ ਗੁਰੂ ਜੀ ਦਿਖਾਉਣਾ ਚਾਹੁੰਦੇ ਹਨ, ਜੋ ਸਾਨੂੰ ਗੁਰੂ ਜੀ ਸਿਖਾਉਣਾ ਚਾਹੁੰਦੇ ਹਨ, ਜੋ ਗੁਰੂ ਜੀ ਦਾ ਹਰ ਇੱਕ ਸ਼ਬਦ ਸਾਨੂੰ ਉਸ ਪਾਸੇ ਵੱਲ ਟਵਿਸਟ ਕਰਨਾ ਚਾਹੁੰਦਾ ਹੈ, ਉਸ ਪਾਸੇ ਵੱਲ ਸਟੇਅਰ ਕਰਨਾ ਚਾਹੁੰਦਾ ਹੈ, ਉਸ ਪਾਸੇ ਵੱਲ ਸਾਨੂੰ ਲੈ ਜਾਣਾ ਚਾਹੁੰਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਇਨਸਾਨ ਨੂੰ ਜ਼ਿੰਦਗੀ ਬਹੁਤ ਸੋਹਣੀ ਮਿਲੀ ਹੈ,
ਪਰ ਅਸੀਂ ਬੁਰੇ ਕੰਮਾਂ ਦੇ ਵਿੱਚ ਪੈ ਕੇ, ਬੁਰੇ ਖਿਆਲਾਂ ਵਿੱਚ ਪੈ ਕੇ, ਬੁਰੀ ਸੋਚ ਵਿੱਚ ਪੈ ਕੇ, ਬੁਰੀ ਸੁਸਾਇਟੀ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ, ਆਪਣੇ ਟਾਈਮ ਨੂੰ ਐਵੇਂ ਹੀ ਬਰਬਾਦ ਕਰੀ ਜਾ ਰਹੇ ਹਾਂ। ਗੁਰੂ ਜੀ ਕਹਿੰਦੇ ਹਨ ਕਿ ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਬੇਕੇ। ਰਾਜੇ ਇੰਦਰ ਸਮਸਰੇ ਗ੍ਰਹਿ ਆਸਨ, ਬਿਨ ਹਰ ਭਗਤ ਕਹੁ ਕੈ ਲੇਖੇ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਾਂ ਰਸ ਅਨਰਸ ਬੀਸਰ ਜਾਏ। ਕਿੰਨੀ ਸੋਹਣੀ ਸ਼ਬਦ, ਕਿੰਨੀ ਸੋਹਣੀ ਗੱਲ, ਜੇ ਕਿਹੋ ਜਿਹੇ ਟੌਪਿਕ ਤੇ ਸਾਨੂੰ ਗੁਰੂ ਜੀ ਲਿਆ ਕੇ ਆ ਕੇ ਖੜਾ ਕਰਦੇ ਹਨ। ਸਾਨੂੰ ਗੁਰੂ ਜੀ ਕੀ ਸਮਝਾਉਣਾ ਚਾਹੁੰਦੇ ਆ? ਸਾਨੂੰ ਇਸ ਤੇ ਸੋਚ ਕਰਨੀ ਚਾਹੀਦੀ ਹੈ, ਸਾਨੂੰ ਇਸ ਤੇ ਵਿਚਾਰ ਕਰਨੀ ਚਾਹੀਦੀ ਹੈ। ਜਦ ਅਸੀਂ ਇਸ ਤੇ ਸੋਚ ਕਰਾਂਗੇ, ਇਸ ਤੇ ਵਿਚਾਰ ਕਰਾਂਗੇ, ਆਟੋਮੈਟਿਕਲੀ ਸਾਡੇ ਖਿਆਲ ਬਦਲ ਜਾਂਦੇ ਹਨ। ਅਗਰ ਅਸੀਂ ਇਸ ਨੂੰ ਪੜ੍ਹ ਕੇ ਉਸ ਨੂੰ ਆਪਣੇ ਕੰਨਾਂ ਵਿੱਚ, ਆਪਣੇ ਦਿਮਾਗ ਦੇ ਵਿੱਚ ਪਾਉਂਦੇ ਹੀ ਨਹੀਂ, ਤੇ ਸਾਡੀ ਜ਼ਿੰਦਗੀ ਇੱਕ ਛੱਪੜ ਦੇ ਪਾਣੀ ਦੀ ਤਰ੍ਹਾਂ ਗੰਦੀ ਹੋ ਜਾਂਦੀ ਹੈ, ਜਿਸ ਦੇ ਵਿੱਚ ਮੱਖੀਆਂ ਮੱਛਰਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਮਿਲਦਾ। ਗੁਰੂ ਜੀ ਕਹਿੰਦੇ ਹਨ, ਐਸਾ ਸਰਵਰ ਢੂੰਡ ਲੈ ਜਿੱਥੋਂ ਲੱਭੇ ਵਿਥ, ਛੱਪੜ ਡੁੰਡੇ ਕਿਆ ਹੋਵੇ, ਚਿੱਕੜ ਡੁੱਬੇ ਹੱਥ। ਕਲੀਅਰ ਸ਼ਬਦਾਂ ਵਿੱਚ ਕਿਹਾ ਕਿ ਇਹੋ ਜਿਹੇ ਸਰੋਵਰ ਦੀ, ਇਹੋ ਜਿਹੇ ਜਗ੍ਹਾ ਦੀ, ਇਹੋ ਜਿਹੇ ਪਾਣੀ ਦੀ ਭਾਲ ਕਰ, ਇਹੋ ਜਿਹੀ ਸਰਚ ਕਰ ਜਿੱਥੋਂ ਤੈਨੂੰ ਜ਼ਿੰਦਗੀ ਦੇ ਸਵਾਦ ਮਿਲ ਜਾਂਦੇ ਨੇ, ਜਿੱਥੋਂ ਜੋ ਤੂੰ ਜ਼ਿੰਦਗੀ ਦੇ ਵਿੱਚ ਪੀਸ ਚਾਹੁੰਦਾ ਹੈ, ਸ਼ਾਂਤੀ ਚਾਹੁੰਦਾ ਹੈ, ਜ਼ਿੰਦਗੀ ਦੇ ਹਰ ਇੱਕ ਪਾਸਿਓਂ ਪ੍ਰੋਸਪੈਰਿਟੀ ਚਾਹੁੰਦਾ ਹੈ, ਤੇ ਸਾਨੂੰ ਉਸ ਜਗ੍ਹਾ ਅਗਰ ਮਿਲ ਜਾਵੇ ਤੇ ਉਸ ਜਗ੍ਹਾ ਦੀ ਤਲਾਸ਼ ਕਰਨ ਦਾ ਰਸਤਾ ਸਾਨੂੰ ਗੁਰੂ ਜੀ ਨੇ ਕਿਹਾ ਹੈ ਕਿ ਆਪਣੀ ਜ਼ਿੰਦਗੀ ਨੂੰ ਚੰਗੇ ਤਰੀਕੇ ਦੇ ਨਾਲ ਜੀਓ, ਇੱਕ ਓਨੈਸਟੀ ਦੇ ਨਾਲ, ਇੱਕ ਪਿਆਰ ਦੇ ਨਾਲ, ਇੱਕ ਸੱਚਾਈ ਦੇ ਨਾਲ, ਤੇ ਹਰ ਇੱਕ ਆਦਮੀ ਦੀ ਰਿਸਪੈਕਟ ਦੇ ਨਾਲ। ਰਿਸਪੈਕਟ ਕਰਾਂਗੇ ਤੇ ਕਾਈਂਡਨੈਸ ਸਾਡੇ ਦਿਮਾਗਾਂ ਦੇ ਵਿੱਚ, ਦਿਲਾਂ ਵਿੱਚ ਹੋਊਗੀ, ਜਿਸ ਨੂੰ ਆਪਾਂ ਦਇਆ ਕਹਿ ਦਿੰਦੇ ਹਾਂ, ਜਾਂ ਆਪਣੇ ਸਾਡੇ ਮਨਾਂ ਦੇ ਵਿੱਚ ਇੱਕ ਭੌ ਹੋਊਗਾ, ਇੱਕ ਡਰ ਹੋਊਗਾ ਸੱਚਾਈ ਦਾ। ਝੂਠ ਤੋਂ ਅਸੀਂ ਬਚ ਕੇ ਰਵਾਂਗੇ। ਅਗਰ ਅਸੀਂ ਝੂਠ ਬੋਲਾਂਗੇ ਤਾਂ ਅਸੀਂ ਜ਼ਿੰਦਗੀ ਵਿੱਚ ਜਿੰਨੇ ਮਰਜ਼ੀ ਪਲਾਨ ਬਣਾ ਲਈਏ ਤੇ ਉਹ ਇੱਕ ਹਵਾ ਦੇ ਜਾਂ ਇੱਕ ਪਹਾੜ ਦੇ ਰੇਤ ਦੇ ਬਰਾਬਰ ਹੁੰਦਾ ਹੈ, ਪਤਾ ਨਹੀਂ ਉਸਨੇ ਕਿਹੜੇ ਵੇਲੇ ਢਹਿ ਜਾਣਾ। ਆਓ ਆਪਾਂ ਜ਼ਿੰਦਗੀ ਦੇ ਅਸੂਲਾਂ ਤੋਂ ਕੁਛ ਨਾ ਕੁਛ ਸਿੱਖੀਏ। ਇੱਕ ਚੰਗੇ ਪਾਸੇ ਵੱਲ ਲਿਆ ਹੋਇਆ ਸਟੈਪ ਸਾਡੀ ਜ਼ਿੰਦਗੀ ਨੂੰ ਬਦਲ ਦਿੰਦਾ ਹੈ। ਇੱਕ ਚੰਗਾ ਆਈਡੀਆ ਦੁਨੀਆ ਨੂੰ ਬਦਲ ਸਕਦਾ ਹੈ, ਤੇ ਇੱਕ ਚੰਗੀ ਪ੍ਰੇਅਰ ਸਾਡੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਗੁਰੂ ਜੀ ਨੇ ਸਾਰੇ ਸ਼ਬਦਾਂ ਦੇ ਵਿੱਚ ਪ੍ਰੇਅਰ ਦੀ ਗੱਲ ਕੀਤੀ ਹੈ। ਹਰ ਇੱਕ ਆਦਮੀ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਸੁਹਾਵਣੀ ਹੋਵੇ, ਸਕਸੈਸਫੁਲ ਹੋਵੇ, ਸੈਟੀਸਫਾਈਡ ਤਰੀਕੇ ਦੇ ਨਾਲ ਉਹ ਰਹਿ ਸਕੇ, ਚੰਗੇ ਤਰੀਕੇ ਦੇ ਨਾਲ ਉਹ ਦੁਨੀਆ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਸਕੇ। ਪਰ ਅਗਰ ਅਸੀਂ ਇਹੋ ਜਿਹਾ ਸੋਚਦੇ ਹੀ ਨਹੀਂ, ਸਿਰਫ ਡ੍ਰੀਮ ਹੀ ਕਰੀ ਜਾਂਦੇ ਹਾਂ, ਸਿਰਫ ਸੁਪਨੇ ਹੀ ਲਈ ਜਾਂਦੇ ਹਾਂ, ਤੇ ਸੁਪਨਿਆਂ ਵਿੱਚ ਤੇ ਗੁਰੂ ਜੀ ਨੇ ਇਹ ਵੀ ਕਹਿ ਦਿੱਤਾ ਸੀ ਕਿ ਰਾਜਾ ਵੀ ਭਿਖਾਰੀ ਬਣ ਸਕਦਾ ਹੈ, ਰਾਜਾ ਵੀ ਬੈਗਰ ਬਣ ਸਕਦਾ ਹੈ, ਕਿੰਗ ਵੀ ਇੱਕ ਬੈਗਰ ਦੀ ਤਰ੍ਹਾਂ ਆਪਣੀ ਜ਼ਿੰਦਗੀ ਸੁਪਨੇ ਦੇ ਵਿੱਚ ਬਤੀਤ ਕਰ ਸਕਦਾ ਹੈ। ਗੁਰੂ ਜੀ ਨੇ ਰਿਐਲਿਟੀ ਦੀ ਗੱਲ ਕੀਤੀ, ਗੁਰੂ ਜੀ ਨੇ ਸੱਚਾਈ ਦੀ ਗੱਲ ਕੀਤੀ, ਗੁਰੂ ਜੀ ਨੇ ਟਰੁੱਥ ਦੀ ਗੱਲ ਕੀਤੀ, ਗੁਰੂ ਜੀ ਨੇ ਓਨੈਸਟੀ ਦੀ ਗੱਲ ਕੀਤੀ, ਗੁਰੂ ਜੀ ਨੇ ਰਿਸਪੈਕਟ ਦੀ ਗੱਲ ਕੀਤੀ, ਗੁਰੂ ਜੀ ਨੇ ਬਰਾਬਰਤਾ ਦੀ ਗੱਲ ਕੀਤੀ, ਗੁਰੂ ਜੀ ਨੇ ਜਸਟਿਸ ਦੀ ਗੱਲ ਕੀਤੀ ਕਿ ਬਰਾਬਰਤਾ ਹੋਣੀ ਚਾਹੀਦੀ ਹੈ, ਕਿਸੇ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਕਿਸੇ ਦੇ ਨਾਲ ਜ਼ਿਆਦਤੀ ਨਹੀਂ ਹੋਣੀ ਚਾਹੀਦੀ, ਹਰ ਇੱਕ ਆਦਮੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਹਰ ਇੱਕ ਆਦਮੀ ਦੇ ਵਿੱਚ ਜਦੋਂ ਓਨੈਸਟੀ ਆ ਜਾਵੇ, ਜਦੋਂ ਸ਼ਾਂਤੀ ਆ ਜਾਵੇ, ਤੇ ਜਦੋਂ ਉਸ ਨੂੰ ਇਹ ਮਹਿਸੂਸ ਹੋ ਜਾਵੇ ਕਿ ਸਾਹਮਣੇ ਵਾਲਾ ਆਦਮੀ, ਜਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਸਵਾਰਨ ਦੇ ਲਈ, ਆਪਣੇ ਬਾਲਾਂ ਨੂੰ, ਆਪਣੇ ਫੇਸਿਸ ਨੂੰ, ਆਪਣੀ ਟਾਈ ਨੂੰ, ਆਪਣੇ ਸਾੜੀ ਨੂੰ, ਸੂਟ ਨੂੰ, ਜੋ ਵੀ ਅਸੀਂ ਪਹਿਨਦੇ ਹਾਂ, ਉਸ ਨੂੰ ਸਵਾਰਨ ਦੇ ਲਈ ਅਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੁੰਦੇ ਹਾਂ। ਸ਼ੀਸ਼ੇ ਵਿੱਚ ਦੇਖਦੇ ਹਾਂ ਕਿ ਸਾਨੂੰ ਕੀ ਦਿਖਦਾ, ਕਿ ਸਾਨੂੰ ਆਪਣੀ ਪਿਕਚਰ ਦਿਖਦੀ ਹੈ। ਅਗਰ ਅਸੀਂ ਸਾਹਮਣੇ ਵਾਲੇ ਆਦਮੀ ਨੂੰ ਉਸ ਪਿਕਚਰ ਦੀ ਤਰ੍ਹਾਂ ਦੇਖਾਂਗੇ ਤੇ ਦੁਨੀਆ ਬੇਗਮਪੁਰਾ ਬਣ ਜਾਵੇਗੀ। ਉਹ ਬੇਗਮਪੁਰਾ, ਜਿਸ ਬੇਗਮਪੁਰੇ ਦੀ ਗੱਲ ਸਤਿਗੁਰੂ ਰਵਿਦਾਸ ਜੀ ਦੀ ਗੱਲ ਕਰਦੇ ਨੇ ਕਿ ਜਿੱਥੇ ਕਿਸੇ ਆਦਮੀ ਨੂੰ ਭੌ ਨਾ ਹੋਵੇ, ਜਿੱਥੇ ਕਿਸੇ ਆਦਮੀ ਨੂੰ ਡਰ ਨਾ ਹੋਵੇ, ਜਿੱਥੇ ਕਿਸੇ ਆਦਮੀ ਨੂੰ ਕੋਈ ਤਕਲੀਫ ਨਾ ਹੋਵੇ, ਤਿਉਂ ਤੋਂ ਸੈਲ ਕਰੇ ਜਿਉਂ ਭਾਵੇ, ਮਹਿਰਮ ਮੈਲ ਨਾ ਕੋ ਅਟਕਾਵੇ। ਉਹ ਆਪਣੀ ਮਸਤੀ ਦੇ ਵਿੱਚ ਆਪਣੀ ਇੱਕ ਚੰਗੇ ਤਰੀਕੇ ਦੇ ਨਾਲ ਜ਼ਿੰਦਗੀ ਜੀਵੇ, ਉਸ ਨੂੰ ਨਾ ਕੋਈ ਰੋਕੇ, ਨਾ ਕੋਈ ਟੋਕੇ, ਤੇ ਨਾ ਹੀ ਉਸ ਨੂੰ ਉਸ ਦੇ ਨਾਲ ਕੋਈ ਫਰਕ ਕਰੇ। ਗੁਰੂ ਜੀ ਸਾਰੀ ਦੁਨੀਆ ਨੂੰ, ਸਾਰੀ ਸੁਸਾਇਟੀ ਨੂੰ, ਸਾਰੇ ਸਮਾਜ ਨੂੰ ਇਹੋ ਜਿਹਾ ਦੇਖਣਾ ਚਾਹੁੰਦੇ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਸਾਰੇ ਸ਼ਬਦ,
ਬਹੁਤ ਸਾਰੇ ਸ਼ਲੋਕ ਇਹੋ ਜਿਹੇ ਲਿਖ ਕੇ ਦਿੱਤੇ ਕਿ ਅਸੀਂ ਉਹਨਾਂ ਲਿਖਤਾਂ ਨੂੰ ਅੱਜ ਤੱਕ ਵੀ ਨਹੀਂ ਸਮਝ ਸਕੇ। ਕਹਿੰਦੇ ਨੇ ਕਿ 600 ਸਾਲ ਹੋ ਗਏ ਗੁਰੂ ਜੀ ਨੂੰ ਜ਼ਿੰਦਗੀ ਇੱਥੇ ਦੁਨੀਆ ਵਿੱਚ ਆਇਆ, 643 ਸਾਲ ਹੋ ਗਏ। ਜਦ ਕ੍ਰਿਸਚੀਅਨਿਟੀ ਨੂੰ ਸ਼ੁਰੂ ਹੋਇਆ 2000 ਸਾਲ ਹੋ ਗਏ, ਹਿੰਦੂਇਜ਼ਮ ਨੂੰ ਸ਼ੁਰੂ ਹੋਇਆ ਕਈ ਹਜ਼ਾਰਾਂ ਸਾਲ ਹੋ ਗਏ। ਉਸ ਤੋਂ ਬਾਅਦ ਬੁੱਧਿਜ਼ਮ ਜਾਂ ਹੋਰ ਜੈਨ ਧਰਮ ਜਾਂ ਹੋਰ ਜਿੰਨੇ ਵੀ ਧਰਮ ਹਨ ਉਹਨਾਂ ਨੂੰ ਸ਼ੁਰੂ ਹੋਇਆ ਕਈ ਹਜ਼ਾਰਾਂ ਸਾਲ ਹੋ ਗਏ ਹਨ। ਪਰ ਕੀ ਅਸੀਂ ਉਹਨਾਂ ਦੇ ਕਹੇ ਹੋਏ ਸ਼ਬਦ, ਉਹਨਾਂ ਦੇ ਕਹੇ ਹੋਏ ਲਫ਼ਜ਼, ਉਹਨਾਂ ਦੇ ਦਿੱਤੇ ਹੋਏ ਆਦੇਸ਼ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਅਡਾਪਟ ਕਰਨਾ ਸ਼ੁਰੂ ਕੀਤੇ ਹਨ? ਅਗਰ ਅਸੀਂ ਸਾਲਾਂ ਦੀ ਗੱਲ ਨਹੀਂ, ਹਜ਼ਾਰਾਂ ਸਾਲਾਂ ਦੀ ਗੱਲ ਨਹੀਂ, ਅਗਰ ਸਿਰਫ ਅਸੀਂ 2 ਜਾਂ 4 ਸਾਲ ਉਹਨਾਂ ਤੇ ਚੱਲਣਾ ਸਿੱਖ ਲਈਏ, ਜਿਸ ਤਰ੍ਹਾਂ ਕੋਈ ਆਦਮੀ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਡਿਗਰੀ ਲੈਣ ਦੇ ਲਈ, ਬੈਚਲਰ ਦੀ ਜਾਂ ਕਿਸੇ ਤਰ੍ਹਾਂ ਦੀ ਮਾਸਟਰ ਦੀ ਜਾਂ PhD ਦੀ ਡਿਗਰੀ ਲੈਣ ਦੇ ਲਈ ਉਸਨੂੰ ਕੁਛ ਨਾ ਕੋਰਸ ਕਰਨਾ ਪੈਂਦਾ ਹੈ। ਉਸ ਦਾ ਕੋਈ ਟਾਈਮ ਹੁੰਦਾ ਹੈ, 2 ਸਾਲ 4 ਸਾਲ ਜਾਂ 5 ਸਾਲ। ਇਸੇ ਤਰ੍ਹਾਂ ਹੀ ਅਗਰ ਅਸੀਂ ਇਹਨਾਂ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਡਾਪਟ ਕਰ ਲਈਏ, ਆਪਣੀ ਜ਼ਿੰਦਗੀ ਦੇ ਵਿੱਚ ਘੋਲ ਲਈਏ, ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਨਿੰਬੂ ਦੀ ਤਰ੍ਹਾਂ ਨਿਚੋੜ ਕੇ ਉਹਦਾ ਅਸਰ ਕਰ ਲਈਏ, ਆਪਣੀ ਜ਼ਿੰਦਗੀ ਵਿੱਚ ਇੱਕ ਦਵਾਈ ਦੀ ਤਰ੍ਹਾਂ ਉਸ ਨੂੰ ਘੋਲ ਕੇ ਆਪਣੀ ਜ਼ਿੰਦਗੀ ਨੂੰ ਪਿਉਰੀਫਾਈ ਕਰਨਾ ਸ਼ੁਰੂ ਕਰ ਦਈਏ, ਤਾਂ ਉਹ ਇੱਕ ਨਾ ਇੱਕ ਦਿਨ ਸਾਡੀ ਜ਼ਿੰਦਗੀ ਸਵਾਰ ਦਿੰਦੀ ਹੈ। ਇਹੋ ਹੀ ਆਦੇਸ਼ ਤੇ ਗੁਰੂ ਜੀ ਦੇਣਾ ਚਾਹੁੰਦੇ ਹਨ, ਇਹੋ ਹੀ ਆਦੇਸ਼ ਪੈਗੰਬਰ ਦੇਣਾ ਚਾਹੁੰਦੇ ਹਨ। ਇਹ ਆਦੇਸ਼ ਅੱਜ ਤੱਕ ਸਾਡੇ ਦਿਮਾਗਾਂ ਵਿੱਚ ਨਹੀਂ ਵੜ ਰਿਹਾ। ਕਰਪਸ਼ਨ ਸਾਡੇ ਦਿਮਾਗਾਂ ਵਿੱਚ ਜਲਦੀ ਹੀ ਘਰ ਕਰ ਜਾਂਦੀ ਹੈ, ਹੇਰਾਫੇਰੀ ਸਾਡੇ ਦਿਮਾਗਾਂ ਵਿੱਚ ਜਲਦੀ ਹੀ ਘਰ ਕਰ ਜਾਂਦੀ ਹੈ। ਕਿਸੇ ਕੋਲੋਂ ਕਿੱਦਾਂ ਖੋਣਾ ਹੈ ਜਾਂ ਕਿਸੇ ਨੂੰ ਕਿੱਦਾਂ ਤੰਗ ਕਰਨਾ ਹੈ, ਉਸ ਨੂੰ ਕਰਕੇ ਅਸੀਂ ਖੁਸ਼ ਹੁੰਦੇ ਹਾਂ। ਪਰ ਜਦੋਂ ਅਸੀਂ, ਮੈਂ ਜਿਸ ਤਰ੍ਹਾਂ ਐਗਜ਼ਾਮਪਲ ਦਿੱਤੀ ਸੀ, ਅਗਰ ਸ਼ੀਸ਼ੇ ਦੇ ਵਿੱਚ ਅਸੀਂ ਦੇਖਾਂਗੇ, ਕਹਿੰਦੇ ਕਿ ਸ਼ੀਸ਼ਾ ਕਦੇ ਵੀ ਝੂਠ ਨਹੀਂ ਬੋਲਦਾ। ਅਗਰ ਸ਼ੀਸ਼ੇ ਦੇ ਦੂਸਰੇ ਪਾਸੇ ਆਦਮੀ ਦੇ ਜਿਸ ਦੇ ਨਾਲ ਅਸੀਂ ਧੱਕਾ ਕਰਦੇ ਹਾਂ, ਜਿਸ ਦੇ ਨਾਲ ਅਸੀਂ ਜ਼ਿਆਦਤੀ ਕਰਦੇ ਹਾਂ, ਅਗਰ ਅਸੀਂ ਉਸ ਵੱਲ ਦੇਖੀਏ ਤੇ ਅਗਰ ਅਸੀਂ ਦੇਖੀਏ ਕਿ ਅਗਰ ਉਹ ਆਦਮੀ ਉਹ ਸਾਡੇ ਨਾਲ ਕਰੇ ਤਾਂ ਸਾਨੂੰ ਕਿੰਨੀ ਦੁੱਖ, ਕਿੰਨੀ ਤਕਲੀਫ ਹੋਗੀ, ਫਿਰ ਸਾਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ। ਇਹੀ ਅਹਿਸਾਸ ਸਾਨੂੰ ਗੁਰੂ ਜੀ ਦੇ ਸ਼ਬਦ ਅਹਿਸਾਸ ਦਿਵਾਉਣਾ ਚਾਹੁੰਦੇ ਹਨ, ਸਾਨੂੰ ਰੀਅਲਾਈਜ਼ ਕਰਾਉਣਾ ਚਾਹੁੰਦੇ ਹਨ। ਪਰ ਅਸੀਂ ਜ਼ਿੰਦਗੀ ਦੀ ਦੌੜ ਵਿੱਚ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਹੇ ਹਾਂ। ਹਰ ਇੱਕ ਆਦਮੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਜਗ੍ਹਾ ਤੇ ਜਾ ਕੇ ਸਕਸੈਸਫੁਲ ਹੋਣਾ ਚਾਹੁੰਦਾ ਹੈ, ਅਚੀਵ ਕਰਨਾ ਚਾਹੁੰਦਾ ਹੈ, ਦੁਨੀਆ ਤੋਂ ਅੱਗੇ ਜਾਣਾ ਚਾਹੁੰਦਾ ਹੈ। ਪਰ ਅੱਜ ਦੇਖੀਏ, ਗੱਲ ਕਰ ਲਓ ਕਰੋਨਾ ਵਾਇਰਸ ਦੀ। ਕਰੋਨਾ ਵਾਇਰਸ ਨੇ ਆ ਕੇ ਦੁਨੀਆ ਨੂੰ ਇੱਕ ਜਗ੍ਹਾ ਤੇ ਆ ਕੇ ਸਟਾਪ ਕਰ ਦਿੱਤਾ। ਅਸੀਂ ਚਲਦੇ ਰੁਕ ਗਏ, ਦੁਨੀਆ ਚਲਦੀ ਰੁਕ ਗਈ। ਤੇ ਅੱਜ ਵੀ ਤੇ ਗੁਜ਼ਾਰਾ ਹੋ ਹੀ ਰਿਹਾ ਹੈ, ਅੱਜ ਵੀ ਤੇ ਲੋਕ ਘਰਾਂ ਵਿੱਚ ਬੈਠੇ ਹੀ ਹੈ, ਅੱਜ ਵੀ ਲੋਕ ਉਸੇ ਤਰੀਕੇ ਦੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਜ਼ਿੰਦਗੀ ਜੀ ਰਹੇ ਨੇ। ਤੇ ਇਸ ਦਾ ਇਲਾਜ ਵੀ ਕੀ ਦੱਸਿਆ ਕਿ ਆਈਸੋਲੇਟ yourself for 14 or 20 days। ਇਸ ਦੇ ਨਾਲ ਇਹ ਤੁਹਾਡੇ ਹਰ ਇੱਕ ਬਿਮਾਰੀ ਦਾ ਇਲਾਜ ਹੋ ਜਾਊਗਾ। ਕਿੰਨਾ ਚੰਗਾ ਇਲਾਜ ਹੈ। ਕੋਈ ਦਵਾਈ ਨਹੀਂ ਚਾਹੀਦੀ, ਕੋਈ ਧੱਕਾਸ਼ਾਹੀ ਨਹੀਂ ਚਾਹੀਦੀ, ਕੋਈ ਕੁਛ ਨਹੀਂ। ਪਰ ਜਦੋਂ ਕੋਈ ਆਦਮੀ ਆਈਸੋਲੇਟ ਕਰ ਲੈਂਦਾ ਹੈ ਆਪਣੇ ਆਪ ਨੂੰ, ਦੂਸਰਿਆਂ ਨਾਲ ਵਰਕ ਕਰਕੇ ਇੱਕ ਸ਼ਾਂਤ ਜਗ੍ਹਾ ਤੇ ਬੈਠ ਕੇ, ਫਿਰ ਉਹ ਆਪਣੇ ਦਿਲ ਅਤੇ ਦਿਮਾਗ ਦੀ ਲੜਾਈ ਕਰਦਾ ਹੈ ਬੈਠਿਆਂ। ਜਦੋਂ ਅਸੀਂ ਬੈਠਦੇ ਹਾਂ ਇਕੱਲਤਾ ਦੇ ਵਿੱਚ, ਸੈਪਰੇਟ, ਤੇ ਕੁਛ ਨਾ ਕੁਛ ਸਾਡੇ ਦਿਲ ਦੇ ਵਿੱਚ ਖਿਆਲ ਆਉਂਦੇ ਹਨ, ख्वाब ਆਉਂਦੇ ਹਨ। ਉਹੀ ख्वाब ਸਾਨੂੰ ਗੁਰੂ ਜੀ ਦੇ ਸ਼ਬਦ ਰੀਅਲਾਈਜ਼ ਕਰਾਉਂਦੇ ਹਨ ਕਿ ਅਸੀਂ ਚੰਗਾ ਮਾੜਾ ਵਿਚਾਰਿਆ ਹੀ ਨਹੀਂ। ਸਾਨੂੰ ਭਾਵੇਂ ਰਾਜੇ ਇੰਦਰ ਦੇ ਬਰਾਬਰ ਸੰਘਾਸਨ ਕਿਉਂ ਨਾ ਮਿਲ ਜਾਵੇ, ਗੁਰੂ ਜੀ ਨੇ ਕਲੀਅਰ ਆਪਣੇ ਸ਼ਬਦਾਂ ਦੇ ਵਿੱਚ ਲਿਖ ਦਿੱਤਾ, ਪਰ ਜਦ ਤੱਕ ਸਾਡੇ ਦਿਲ ਅਤੇ ਦਿਮਾਗ ਦੇ ਵਿੱਚ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ, ਜਾਂ ਫਿਰ ਪਰਮਾਤਮਾ ਦੇ, ਰੱਬ ਦੇ ਬਣਾਏ ਹੋਏ ਬੰਦਿਆਂ ਦੇ ਨਾਲ ਪ੍ਰੇਮ ਨਹੀਂ, ਉਹਨਾਂ ਦੀ ਰਿਸਪੈਕਟ ਨਹੀਂ, ਉਹਨਾਂ ਦੇ ਨਾਲ ਅਸੀਂ ਧੱਕਾ ਕਰਦੇ ਹਾਂ, ਉਹਨਾਂ ਨਾਲ ਅਸੀਂ ਸੱਚ ਨਹੀਂ ਬੋਲਦੇ, ਉਹਨਾਂ ਨਾਲ ਅਸੀਂ ਓਨੈਸਟੀ ਨਹੀਂ ਕਰਦੇ, ਉਹਨਾਂ ਦੇ ਨਾਲ ਅਸੀਂ ਝੂਠ ਬੋਲਦੇ ਹਾਂ, ਤੇ ਗੁਰੂ ਜੀ ਕਹਿੰਦੇ ਹਨ ਇਹੋ ਜਿਹੇ ਆਦਮੀ ਦੀ ਜ਼ਿੰਦਗੀ ਨਰਕਾਂ ਦੇ ਬਰਾਬਰ ਚਲੀ ਜਾਂਦੀ ਹੈ, ਹੋ ਜਾਂਦੀ ਹੈ। ਤੇ ਜ਼ਿੰਦਗੀ ਦੇ ਵਿੱਚ ਸਵਰਗ ਤੇ ਨਰਕ ਅਸੀਂ ਆਪ ਬਣਾਉਂਦੇ ਹਾਂ। ਸਾਡੇ ਕੀਤੇ ਹੋਏ ਕੰਮ ਅਗਰ ਅਸੀਂ ਚੰਗੇ ਪਾਸੇ ਵੱਲ ਜਾਵਾਂਗੇ, ਆਟੋਮੈਟਿਕਲੀ ਸਾਨੂੰ ਉਸ ਦਾ ਚੰਗਾ ਰਿਜ਼ਲਟ ਮਿਲੂਗਾ। ਅਗਰ ਅਸੀਂ ਕੋਈ ਮਾੜਾ ਕੰਮ ਕਰਾਂਗੇ, ਸਾਨੂੰ ਉਸ ਦਾ ਰਿਜ਼ਲਟ ਵੀ ਉਸੇ ਵੇਲੇ ਹੀ ਮਿਲ ਜਾਂਦਾ ਹੈ। ਤੇ ਫਿਰ ਦੇਰ ਕਾਹਦੀ ਹੈ? ਸਿਰਫ ਆਪਣੀ ਸੋਚ ਨੂੰ ਬਦਲਣ ਦੇ ਲਈ, ਸਿਰਫ ਆਪਣੀ ਸੋਚ ਨੂੰ ਪਿਉਰੀਫਾਈਡ ਕਰਨ ਦੇ ਲਈ, ਸਿਰਫ ਆਪਣੀ ਸੋਚ ਤੇ ਉਹਨਾਂ ਗੁਰੂਆਂ ਦੇ ਕਹੇ ਹੋਏ ਸ਼ਬਦਾਂ ਦੀ ਇੱਕ ਸਟੈਂਪ ਲਾਉਣ ਦੀ ਸਾਨੂੰ ਜ਼ਰੂਰਤ ਹੈ। ਨਾ ਕਿ ਉਹਨਾਂ ਨੂੰ ਬਾਰ-ਬਾਰ ਪੜ੍ਹਨ ਦੀ ਸਾਨੂੰ ਜ਼ਰੂਰਤ ਹੈ, ਨਾ ਹੀ ਉਹਨਾਂ ਨੂੰ ਸਾਨੂੰ ਵੱਖੋ-ਵੱਖ ਤਰੀਕਿਆਂ ਦੇ ਨਾਲ ਸਜਦੇ ਕਰਨ ਦੀ ਜ਼ਰੂਰਤ ਹੈ। ਸਜਦੇ ਕਰਨੇ ਹੈ ਤੇ ਇਨਸਾਨੀਅਤ ਦੀ ਸਜਦੇ ਕਰੋ। ਅਗਰ ਭਲਾ ਕਰਨਾ ਚਾਹੁੰਦੇ ਹੋ ਤੇ ਉਸ ਇਨਸਾਨ ਦਾ ਭਲਾ ਕਰੋ ਜਿਸ ਨੂੰ ਜ਼ਰੂਰਤ ਹੈ।
ਅਗਰ ਕੋਈ ਦਾਨ ਕਰਨਾ ਚਾਹੁੰਦੇ ਹੋ, ਸਿਰਫ ਆਪਣੇ ਰਿਸ਼ਤੇਦਾਰ ਜੋ ਅਮੀਰ ਹੈ ਉਹਨਾਂ ਨੂੰ ਹੀ ਸੱਦ ਕੇ ਕੋਈ ਲੰਗਰ ਨਾ ਛਕਾਵੋ, ਉਹਨਾਂ ਲੋਕਾਂ ਨੂੰ ਲੰਗਰ ਛਕਾਵੋ ਜਿਨ੍ਹਾਂ ਨੂੰ ਜ਼ਰੂਰਤ ਹੈ। ਅਗਰ ਕਿਸੇ ਨੂੰ ਡੋਨੇਸ਼ਨ ਦੇਣਾ ਚਾਹੁੰਦੇ ਹੋ, ਉਹਨਾਂ ਲੋਕਾਂ ਨੂੰ ਡੋਨੇਸ਼ਨ ਦਿਓ ਜਿਨ੍ਹਾਂ ਨੂੰ ਜ਼ਰੂਰਤ ਹੈ। ਅਗਰ ਕਿਸੇ ਨੂੰ ਐਜੂਕੇਟ ਕਰਨਾ ਚਾਹੁੰਦੇ ਹੋ, ਨੌਲੇਜ ਕਰਨਾ ਚਾਹੁੰਦੇ ਹੋ, ਉਹਨਾਂ ਲੋਕਾਂ ਨੂੰ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ। ਅਗਰ ਕਿਸੇ ਨੂੰ ਦਵਾਈ ਦੇਣਾ ਚਾਹੁੰਦੇ ਹੋ, ਕਿਸੇ ਦਾ ਇਲਾਜ ਕਰਨਾ ਚਾਹੁੰਦੇ ਹੋ, ਕਿਸੇ ਨੂੰ ਪਾਣੀ ਪਿਲਾਉਣਾ ਚਾਹੁੰਦੇ ਹੋ, ਉਹਨਾਂ ਲੋਕਾਂ ਨੂੰ ਪਿਲਾਓ ਜੋ ਥਰਸਟੀ ਹਨ, ਜੋ ਪਹਿਲਾਂ ਹੀ ਰੱਜੇ ਹੋਏ, ਉਹਨਾਂ ਨੂੰ ਪਿਲਾਉਣ ਦਾ ਕੋਈ ਫਾਇਦਾ ਨਹੀਂ ਹੈ। ਆਪਾਂ ਜ਼ਿੰਦਗੀ ਨੂੰ ਇੱਕ ਬਹੁਤ ਚੱਕਰ ਦੇ ਵਿੱਚ ਪਾ ਲਿਆ ਹੈ। ਸ਼ਾਇਦ ਜੋ 84 ਲੱਖ ਜੂਨਾਂ ਦੀ ਗੱਲ ਕਰਦੇ ਨੇ ਗੁਰੂ ਜੀ, ਸ਼ਾਇਦ ਇਹੀ 84 ਦਾ ਚੱਕਰ ਹੋਵੇ ਕਿ ਅਸੀਂ ਚੱਕਰਾਂ ਦੇ ਵਿੱਚ ਪਏ ਹੋਏ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਦੇ ਰਹਿੰਦੇ ਹਾਂ। ਗੁਰੂ ਜੀ ਨੇ ਕਹੀਆਂ ਹੋਈਆਂ ਗੱਲਾਂ, ਗੁਰੂ ਜੀ ਦੇ ਕਹੇ ਹੋਏ ਸ਼ਬਦ ਕਿ ਸਾਨੂੰ ਇੱਕ ਬਹੁਤ ਹੀ ਪ੍ਰੈਸ਼ੀਅਸ, ਬਹੁਤ ਹੀ ਚੰਗੀ, ਬਹੁਤ ਹੀ ਸੁਚੱਜੇ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦੇ ਰੱਬ ਨੇ ਸਾਨੂੰ ਇਨਸਾਨ ਬਣਾਇਆ ਹੈ। ਸਾਨੂੰ ਇਨਸਾਨ ਬਣਾਇਆ ਹੈ। ਜਿਸ ਵੇਲੇ ਬੱਚਾ ਜੰਮਦਾ ਹੈ, ਕਹਿੰਦੇ ਕਿ ਉਸ ਵੇਲੇ ਉਸ ਦੀ ਕੋਲ ਰੱਬ ਨੇ ਸਿਰਫ 2 ਚੀਜ਼ਾਂ ਦਾ ਕੰਟਰੋਲ ਆਪਣੇ ਕੋਲ ਰੱਖਿਆ ਹੈ। ਉਸ ਦਾ ਜਨਮ ਤੋਂ ਲੈ ਕੇ ਉਸ ਦੀ ਡੈਥ ਤੱਕ ਹਰ ਆਦਮੀ ਦਾ ਇਹ 2 ਚੀਜ਼ਾਂ ਦਾ ਪਤਾ ਨਹੀਂ ਰੱਬ ਨੇ ਕੀ ਕਰਨਾ ਹੈ, ਕੀ ਨਹੀਂ ਹੋਣਾ। ਪਰ ਜੋ ਵਿਚਲਾ ਗੈਪ ਹੁੰਦਾ ਹੈ, ਚਾਹੇ ਉਹ ਜਿੰਨੇ ਮਰਜ਼ੀ ਟਾਈਮ ਦਾ ਗੈਪ ਹੋਵੇ, ਉਸ ਗੈਪ ਨੂੰ ਸਕਸੈਸਫੁਲ ਬਣਾਉਣਾ, ਉਸ ਗੈਪ ਨੂੰ ਚੰਗੇ ਮਾੜੇ ਪਾਸੇ ਵੱਲ ਲੈ ਕੇ ਜਾਣਾ, ਉਹ ਉਸ ਦੀ ਸੋਚ ਹੀ ਉਸ ਪਾਸੇ ਨੂੰ ਲੈ ਕੇ ਜਾ ਸਕਦੀ ਹੈ। ਆਓ ਆਪਾਂ ਗੁਰੂ ਜੀ ਦੇ ਕੋਲੋਂ ਇੱਕ ਇਹੀ ਬਲੈਸ ਕਰੀਏ ਕਿ ਇਹ ਗੁਰੂ ਜੀ, ਇਹ ਪਰਮਾਤਮਾ ਜਿਸ ਨੂੰ ਵੀ ਅਸੀਂ ਪ੍ਰੇਅਰ ਕਰਦੇ ਹਾਂ, ਉਸ ਦੇ ਕੋਲੋਂ ਇਹ ਮੰਗੀਏ ਕਿ ਮੇਰੇ ਮਾਈਂਡ ਨੂੰ, ਮੇਰੇ ਦਿਮਾਗ ਨੂੰ ਸ਼ੁੱਧਤਾ ਦੇਵੀਂ, ਤਾਂ ਕਿ ਮੈਂ ਇੱਕ ਚੰਗਾ ਇਨਸਾਨ ਬਣ ਕੇ ਚੰਗੇ ਤਰੀਕੇ ਦੇ ਨਾਲ ਜ਼ਿੰਦਗੀ ਜਿਉ ਸਕਾਂ। ਗੁਰੂ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਲਿਖਿਆ, ਘਟ ਅਬ ਘਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾ। ਜਿਸ ਤਰ੍ਹਾਂ ਮੈਂ ਗੱਲ ਕਰਕੇ ਹਟਿਆ ਕਿ ਘਟ ਅਬ ਘਟ ਡੂਗਰ ਕਣਾ, ਕਿ ਰੱਬ ਨੂੰ ਮਿਲਣ ਦਾ ਰਸਤਾ ਜਾਂ ਜ਼ਿੰਦਗੀ ਨੂੰ, ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਪਾਣੀ ਜਿਸ ਤਰ੍ਹਾਂ ਪਹਾੜਾਂ ਦੇ ਵਿੱਚੋਂ ਨਿਕਲ ਕੇ ਸਮੁੰਦਰ ਤੱਕ ਪਾਉਣ ਦਾ, ਕਈ ਵੈਲੀਜ਼, ਕਈ ਚਟਾਨ, ਕਈ ਪਹਾੜ, ਕਈ ਰੌਕਸ, ਕਈ ਨੇਰਿਆਂ ਦੇ ਵਿੱਚੋਂ, ਕਈ ਡਰਾਵਣੀਆਂ ਜਗ੍ਹਾ ਦੇ ਵਿੱਚੋਂ, ਕਈ ਜੰਗਲਾਂ ਦੇ ਵਿੱਚੋਂ ਉਸ ਨੂੰ ਗੁਜ਼ਰਨਾ ਪੈਂਦਾ ਹੈ। ਇਹੀ ਹਿਸਾਬ ਹੈ ਸਾਡੀ ਜ਼ਿੰਦਗੀ ਦਾ। ਗੁਰੂ ਜੀ ਨੇ ਉਹੀ ਤਾਂ ਗੱਲ ਲਿਖੀ ਹੈ ਕਿ ਘਟ ਅਵ ਘਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰ। ਬੈਲ ਕਿਹੜਾ? ਕਿ ਜੋ ਮੇਰੀ ਸੋਚ ਹੈ, ਜੋ ਮੇਰੀ ਸਮਝ ਹੈ, ਜੋ ਮੇਰਾ ਦਿਮਾਗ ਹੈ, ਜੋ ਮੇਰਾ ਮਨ ਹੈ, ਉਸ ਨੂੰ ਪਤਾ ਨਹੀਂ ਕਿ ਮੈਂ ਕੀ ਕਰਨਾ। ਉਹ ਇੱਕ ਚੰਚਲ ਹੈ, ਉਹ ਇੱਕ ਇਹੋ ਜਿਹਾ ਸੌਫਟ ਹੈ ਕਿ ਅਸੀਂ ਉਸ ਨੂੰ ਜਿਸ ਪਾਸੇ ਵੱਲ ਲੈ ਜਾਈਏ ਉਸ ਪਾਸੇ ਵੱਲ ਚਲਿਆ ਜਾਂਦਾ ਹੈ। ਉਸ ਵਿੱਚ ਇੰਨੀ ਪਾਵਰ ਨਹੀਂ ਕਿ ਉਹ ਇੱਥੋਂ ਉੱਥੇ ਤੱਕ ਪਹੁੰਚ ਸਕੇ, ਪਰ ਉਸ ਸਾਡੀ ਸੋਚ ਹੀ ਉਸ ਨੂੰ ਡੇ ਬਾਈ ਡੇ ਉਸ ਪਾਸੇ ਵੱਲ, ਉਸ ਰਸਤੇ ਵੱਲ ਲੈ ਕੇ ਜਾਂਦੀ ਹੈ। ਜ਼ਿੰਦਗੀ ਬਹੁਤ ਡਰਾਉਣੀ ਹੈ ਅਗਰ ਅਸੀਂ ਡਰਦੇ ਹਾਂ ਜ਼ਿੰਦਗੀ ਤੋਂ, ਅਗਰ ਅਸੀਂ ਜੀਉਣ ਤੋਂ ਡਰਦੇ ਹਾਂ। ਜਿਸ ਤਰ੍ਹਾਂ ਇੱਕ ਵੈਲੀ ਦੀ ਗੱਲ ਕੀਤੀ, ਇੱਕ ਬਹੁਤ ਹੀ ਡੂੰਘੀ ਖਾਈ ਹੋਵੇ, ਵੈਲੀ ਹੋਵੇ, ਜਿਸ ਦੇ ਵਿੱਚ ਜਾਂ ਕਿਸੇ ਖੂਹ ਦੇ ਵਿੱਚ ਕੋਈ ਆਦਮੀ ਡਿੱਗ ਪਵੇ ਤੇ ਉਸ ਨੂੰ ਉਸ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡੀਆਂ ਸੈਲਫ ਕ੍ਰੀਏਟਡ ਕੀਤੀਆਂ ਹੋਈਆਂ ਪ੍ਰੋਬਲਮ ਸਾਨੂੰ ਉਸ ਪਾਸੇ ਵੱਲ ਲੈ ਜਾਂਦੀਆਂ ਹਨ, ਤੇ ਉਸ ਸੈਲਫ ਕ੍ਰੀਏਟਡ ਕੀਤੀਆਂ ਹੋਈਆਂ ਪ੍ਰੋਬਲਮ ਉਸ ਸਾਨੂੰ ਖਾਈ ਦੇ ਵਿੱਚੋਂ, ਉਸ ਡੂੰਘਾਈ ਦੇ ਵਿੱਚੋਂ, ਉਸ ਵੈਲੀ ਦੇ ਵਿੱਚੋਂ ਸਾਨੂੰ ਨਹੀਂ ਨਿਕਲਣ ਦਿੰਦੀਆਂ। ਉਹ ਸਾਡੀਆਂ ਆਪ ਬਣਾਈਆਂ ਹੋਈਆਂ ਮੁਸ਼ਕਲਾਂ ਹੁੰਦੀਆਂ ਹਨ। ਪਰ ਗੁਰੂ ਜੀ ਕਹਿੰਦੇ ਹਨ ਕਿ ਅਗਰ, ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ, ਕਿ ਅਗਰ ਅਸੀਂ ਪਿਆਰ ਦੇ ਨਾਲ, ਓਨੈਸਟੀ ਦੇ ਨਾਲ, ਸੱਚਾਈ ਦੇ ਨਾਲ, ਰਿਸਪੈਕਟ ਦੇ ਨਾਲ ਤੇ ਕਾਈਂਡਨੈਸ ਦੇ ਨਾਲ, ਜਿਸ ਨੂੰ ਆਪਾਂ ਦਇਆ ਕਹਿੰਦੇ, ਸੱਤਿਆ ਸੰਤੋਖ ਦੀ ਗੱਲ ਕਰਦੇ ਹਾਂ, ਅਗਰ ਅਸੀਂ ਉਸ ਤਰੀਕੇ ਦੇ ਨਾਲ ਜ਼ਿੰਦਗੀ ਜੀਵਾਂਗੇ ਤੇ ਅਸੀਂ ਕੁਛ ਨਾ ਕੁਛ ਤੇ ਚੰਗਾ ਬੀਜ ਰਹੇ ਹਾਂ। ਅਗਰ ਚੰਗਾ ਬੀਜਾਂਗੇ ਤੇ ਚੰਗਾ ਆਪਣੇ ਆਪ ਉਗੂਗਾ। ਅਗਰ ਅਸੀਂ ਮਾੜਾ ਬੀਜਾਂਗੇ ਤੇ ਅਸੀਂ ਚੰਗੇ ਦੀ ਕਿਸ ਤਰ੍ਹਾਂ ਆਸ ਰੱਖ ਸਕਦੇ ਹਾਂ? ਅਸੀਂ ਬੀਜਦੇ ਤੇ ਕੰਡੇ ਹਾਂ। ਅਸੀਂ ਕਿਸ ਤਰ੍ਹਾਂ ਆਸ ਕਰ ਸਕਦੇ ਹਾਂ ਕਿ ਇਸ ਨੂੰ ਕੋਈ ਚੰਗਾ ਫਰੂਟ ਲੱਗੇ? ਅਸੀਂ ਬੀਜਦੇ ਤੇ ਕੋਈ ਹੋਰ ਚੀਜ਼ ਹਾਂ, ਅਸੀਂ ਐਕਸਪੈਕਟ ਕਰਦੇ ਹਾਂ ਕਿ ਇਸ ਨੂੰ ਬਹੁਤ ਸਾਰੀ ਚੰਗੀਆਂ ਚੀਜ਼ਾਂ ਲੱਗਣ ਜਿਸ ਦੇ ਨਾਲ ਸਾਡੀ ਜ਼ਿੰਦਗੀ ਸੁਹਾਵਣੀ ਬਣ ਜਾਵੇ। ਅਸੀਂ ਲੁੱਟ ਮਾਰ ਕਰਦੇ ਹਾਂ, ਧੋਖਾ ਕਰਦੇ ਹਾਂ, ਗਲਤ ਵਤੀਰਾ ਕਰਦੇ ਹਾਂ ਤੇ ਗਲਤ ਤਰੀਕੇ ਦੇ ਨਾਲ ਜੋ ਨਾ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ, ਜੋ ਇਨੋਸੈਂਟ ਲੋਕ ਹੁੰਦੇ ਹਨ, ਪੀਪਲ ਹੁੰਦੇ ਹਨ, ਜੋ ਇਨੋਸੈਂਟ ਪੀਪਲ ਹੁੰਦੇ ਹਨ, ਉਹਨਾਂ ਦੇ ਨਾਲ ਅਸੀਂ ਧੱਕਾ ਕਰਕੇ, ਉਹਨਾਂ ਨਾਲ ਜ਼ਿਆਦਤੀ ਕਰਕੇ ਅਸੀਂ ਆਪਣੇ ਆਪ ਨੂੰ ਸਮਾਰਟ ਸਮਝਣ ਲੱਗ ਪੈਂਦੇ ਹਾਂ।
ਤੇ ਫਿਰ ਜਦੋਂ ਜ਼ਿੰਦਗੀ ਦੀ ਸ਼ਾਮ ਪੈਂਦੀ ਹੈ, ਜਿਸ ਵੇਲੇ ਆਦਮੀ ਦਾ ਐਂਡ ਆਉਂਦਾ ਹੈ, ਤੇ ਕਹਿੰਦੇ ਕਿ ਉਸ ਵੇਲੇ ਹਰ ਸਾਲ ਦੇ ਅਕਾਊਂਟ ਦੀ ਤਰ੍ਹਾਂ ਹਿਸਾਬ ਕਿਤਾਬ ਤੇ ਕਰਨਾ ਪੈਂਦਾ ਹੀ ਹੈ। ਤੇ ਗੁਰੂ ਜੀ ਕਹਿ ਰਹੇ ਨੇ, ਸਾਨੂੰ ਸੁਨੇਹਾ ਦੇ ਰਹੇ ਨੇ ਆਪਣੇ ਸ਼ਬਦਾਂ ਦੇ ਵਿੱਚ, ਸਾਨੂੰ ਸਮਝਾ ਰਹੇ ਨੇ। ਗੁਰੂ ਜੀ ਆਪ ਖੁਦ ਰੱਬ ਸਨ, ਇੱਕ ਰੱਬ ਇਨਸਾਨ ਦੇ ਜਾਮੇ ਵਿੱਚ ਆ ਕੇ ਸਾਨੂੰ ਸਮਝਾਉਣ ਲਈ ਆਇਆ ਸੀ। ਉਹਨਾਂ ਨੇ ਇਹ ਸ਼ਬਦ ਸਾਡੇ ਲਈ ਲਿਖੇ ਹਨ ਕਿ ਸਾਡੀ ਜ਼ਿੰਦਗੀ ਦੁਰਲਭ ਹੈ, ਪ੍ਰੈਸ਼ੀਅਸ ਹੈ, ਅਸੀਂ ਇਸ ਨੂੰ ਵਿਰਥੀ ਹੀ ਗਵਾਈ ਜਾ ਰਹੇ ਹਾਂ, ਐਵੇਂ ਹੀ ਗਵਾਈ ਜਾ ਰਹੇ ਹਾਂ। ਗਲਤ ਪਾਸੇ ਵੱਲ ਪੈ ਕੇ ਅਸੀਂ ਆਪਣੀ ਸੋਚ ਨੂੰ ਗਲਤ ਪਾਸੇ ਵੱਲ ਲਿਜਾ ਕੇ ਤੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਚੰਗੀ ਬਣ ਜਾਵੇ, ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਸਕਸੈਸਫੁਲ ਬਣ ਜਾਵੇ, ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਆ ਜਾਵੇ, ਕਾਂਡਨੈਸ ਆ ਜਾਵੇ, ਪ੍ਰੋਸਪੈਰਿਟੀ ਆ ਜਾਵੇ, ਪਰ ਅਸੀਂ ਉਸ ਪਾਸੇ ਵੱਲ ਚੱਲਣ ਦਾ ਕੋਈ ਰਸਤਾ ਤੇ ਲੱਭਦੇ ਨਹੀਂ। ਰਸਤਾ ਤੇ ਆਪਣੇ ਆਪ ਲੱਭਣਾ ਪੈਣਾ ਹੈ। ਪਾਸ ਹੋਣ ਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ, ਪਾਸ ਹੋਣ ਦੇ ਲਈ ਤੁਹਾਨੂੰ ਕਈ ਤਰ੍ਹਾਂ ਦੇ ਟੈਸਟ ਕਰਨੇ ਪੈਂਦੇ ਹਨ, ਪਰ ਜਦੋਂ ਉਸ ਟੈਸਟ ਦੇ ਵਿੱਚੋਂ ਤੁਸੀਂ ਨਿਕਲ ਕੇ ਜਾਂਦੇ ਹੋ, ਭਾਵੇਂ ਸਾਨੂੰ ਉਹ ਦੇਖਣ ਵਾਲਾ ਟੈਸਟ ਬਹੁਤ ਔਖਾ ਲੱਗਦਾ ਹੈ, ਹਾਰਡ ਲੱਗਦਾ ਹੈ, ਐਗਜ਼ਾਮ ਬਹੁਤ ਹਾਰਡ ਲੱਗਦਾ ਹੈ, ਪਰ ਜਦੋਂ ਤੁਸੀਂ ਉਸ ਐਗਜ਼ਾਮ ਤੋਂ ਅਗਲੇ ਪਾਸੇ ਵੱਲ ਜਾ ਕੇ ਫਿਰ ਰੀਅਲਾਈਜ਼ ਕਰਦੇ ਹਾਂ, ਦੈਨ ਯੂ ਰੀਅਲਾਈਜ਼ ਕਿ ਤੇ ਬਹੁਤ ਸੌਖਾ ਸੀ। ਜਦੋਂ ਵੀ ਕੋਈ ਸਟੂਡੈਂਟ ਕਾਲਜ ਦੇ ਵਿੱਚ, ਯੂਨੀਵਰਸਿਟੀ ਵਿੱਚ ਪਹਿਲੇ ਦਿਨ ਜਾਂਦਾ ਹੈ ਤੇ ਉਸ ਨੂੰ 3 4 5 6 ਸਾਲਾਂ ਦੇ ਵਿੱਚ ਜੋ ਨੌਲੇਜ ਮਿਲਦਾ ਹੈ, ਤੇ ਫਿਰ ਉਹ ਜਦ ਲਾਸਟ ਡੇ ਦੇ ਵਿੱਚ ਜਦ ਉਹ ਸਕਸੈਸਫੁਲ ਹੋ ਕੇ ਆਪਣੇ ਐਗਜ਼ਾਮ ਟੈਸਟ ਪਾਸ ਕਰਕੇ ਅਗਰ ਉਹ ਪਹਿਲੇ ਦਿਨ ਦੇ ਨਾਲ ਕੰਪੇਅਰ ਕਰੇ ਕਿ ਜਿਸ ਦਿਨ ਉਸਨੇ ਸਟਾਰਟ ਕੀਤਾ ਸੀ ਤੇ ਅੱਜ ਦੇ ਦਿਨ ਦੇ ਵਿੱਚ ਕਿੰਨਾ ਫਰਕ ਹੈ, ਤੇ ਫਿਰ ਉਸ ਨੂੰ ਜ਼ਮੀਨ ਅਸਮਾਨ ਦਾ ਫਰਕ ਦਾ ਪਤਾ ਲੱਗਦਾ ਹੈ। ਇਹੀ ਗੱਲ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਮਾਧੋ ਅਵਿਦਿਆ ਹਿਤ ਕੀਨ, ਕਿ ਮਿਹਨਤ ਤੋਂ ਬਿਨਾ, ਨੌਲੇਜ ਤੋਂ ਬਿਨਾ, ਗਿਆਨ ਤੋਂ ਬਿਨਾ ਅਸੀਂ ਆਪਣੀ ਜ਼ਿੰਦਗੀ ਨੂੰ ਵਿਰਥੀ ਹੀ ਗਵਾ ਰਹੇ ਹਾਂ। ਪਸ਼ੂਆਂ ਦੀ ਐਗਜ਼ਾਮਪਲ ਉਹਨਾਂ ਨੇ ਦਿੱਤੀ ਕਿ ਮੱਛੀਆਂ ਨੂੰ, ਮਿਰਗ, ਮੀਨ, ਭ੍ਰਿੰਗ, ਪਤੰਗ, ਉਹਨਾਂ ਦੇ ਵਿੱਚ ਇੱਕ ਇੱਕ ਕਮਜ਼ੋਰੀ ਪਾਈ ਹੈ, ਤੇ ਇਨਸਾਨ ਨੂੰ 5 ਕਮਜ਼ੋਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, 5 ਵਾਈਬਸ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦੇ ਵਿੱਚੋਂ ਗੁਜ਼ਰ ਕੇ ਜਦ ਅਸੀਂ ਜ਼ਿੰਦਗੀ ਨੂੰ ਕਿਸੇ ਪਾਸੇ ਵੱਲ ਵੀ ਲੈ ਜਾ ਸਕਦੇ ਹਾਂ, ਜਾਂ ਆਪਣੀ ਜ਼ਿੰਦਗੀ ਨੂੰ ਦੋ ਹੀ ਪਾਸੇ ਆ, ਜਾਂ ਫਿਰ ਤੁਸੀਂ ਚੰਗੇ ਪਾਸੇ ਵੱਲ ਲੈ ਜਾਓ ਤੇ ਜਾਂ ਫਿਰ ਮਾੜੇ ਪਾਸੇ ਵੱਲ ਲੈ ਜਾਓ। ਮਾੜੇ ਪਾਸੇ ਵੱਲ ਲਿਜਾ ਕੇ, ਮਾੜੇ ਲੋਕਾਂ ਦੀ ਸੁਸਾਇਟੀ ਕਰਕੇ, ਮਾੜੇ ਕੰਮ ਕਰਕੇ ਅਸੀਂ ਆਪਣੇ ਆਪ ਨੂੰ ਚੁਸਤ ਚਲਾਕ ਸਮਝਦੇ ਹਾਂ, ਤੇ ਜੋ ਲੋਕ ਚੰਗਾ ਕੰਮ ਕਰਦੇ ਹਨ ਅਸੀਂ ਉਸ ਦੇ ਨਾਲ ਧੱਕਾਸ਼ਾਹੀ ਕਰਦੇ ਹਾਂ, ਉਸ ਦੀ ਓਨੈਸਟੀ ਦਾ ਮਜ਼ਾਕ ਉਡਾਉਂਦੇ ਹਾਂ, ਕਿਸੇ ਡਿਗੇ ਹੋਏ ਦੇ ਨਾਲ ਧੱਕਾ ਕਰਦੇ ਹਾਂ, ਉਸ ਦੀ ਕਮਜ਼ੋਰੀ ਦਾ ਅਸੀਂ ਮਜ਼ਾਕ ਉਡਾਉਂਦੇ ਹਾਂ। ਗੁਰੂ ਜੀ ਉਹੀ ਚੀਜ਼ਾਂ ਸਾਨੂੰ ਸਮਝਾ ਰਹੇ ਹਨ। ਗੁਰੂ ਜੀ ਸਾਨੂੰ ਦੱਸ ਰਹੇ ਨੇ ਕਿ ਮੈਂ ਰੱਬ ਦੇ ਨਾਮ ਦਾ ਵਪਾਰ ਕਰਦਾ ਹਾਂ, ਮੇਰੇ ਕੋਲੋਂ ਕੁਝ ਲੈ ਲਓ। ਗੁਰੂ ਜੀ ਆਪਣੇ ਸ਼ਬਦਾਂ ਵਿੱਚ ਕਹਿ ਰਹੇ ਨੇ ਕਿ ਗੁਰੂ ਜੀ ਰੱਬ ਦੇ ਨਾਮ ਦਾ ਵਪਾਰ ਕਰਦੇ ਹਨ। ਉਹਨਾਂ ਨੇ ਕਲੀਅਰ ਕਹਿ ਦਿੱਤਾ, ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤਹਿ ਨਰ ਦੋਚਿਕ ਜਾਏਂਗੇ ਸਤ ਭਾਖੇ ਰਵਿਦਾਸ। ਕਿੰਨਾ ਚਿਰ ਲੱਗਦਾ ਹੈ ਇਸ ਨੂੰ ਟਰਾਂਸਲੇਟ ਕਰਨ ਨੂੰ, ਕਿੰਨਾ ਚਿਰ ਲੱਗਦਾ ਹੈ ਇਸ ਨੂੰ ਸਮਝਣ ਦੇ ਲਈ। ਟਰਾਂਸਲੇਟ ਕਰਨਾ ਜਾਂ ਇਸ ਨੂੰ ਸਮਝਣਾ ਤੇ ਸਿਰਫ 2 ਮਿੰਟ ਦਾ, 2 ਸੈਕਿੰਡ ਦਾ ਕੰਮ ਹੈ, ਪਰ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਘੋਲਣਾ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਗੁਰੂ ਜੀ ਕਹਿ ਰਹੇ ਹਨ ਕਿ ਰੱਬ ਤੋਂ ਬਿਨਾ, ਚੰਗੇ ਕੰਮਾਂ ਤੋਂ ਬਿਨਾ, ਓਨੈਸਟੀ ਬਿਨਾਂ, ਦਿਆਲਤਾ ਤੋਂ ਬਿਨਾ, ਕਾਈਂਡਨੈਸ ਤੋਂ ਬਿਨਾ, ਕਾਈਂਡਨੈਸ, ਦਿਆਲਤਾ, ਸੱਚਾਈ, ਇਮਾਨਦਾਰੀ, ਇਹੀ ਇੱਕ ਚੰਗੀ ਪ੍ਰੇਰ ਹੈ, ਇਹੀ ਰੱਬ ਦਾ ਨਾਮ ਹੈ। ਤੁਹਾਨੂੰ ਬਾਰ-ਬਾਰ ਮੱਥੇ ਟੇਕਣ ਦੀ ਕੋਈ ਜ਼ਰੂਰਤ ਨਹੀਂ, ਤੁਹਾਨੂੰ ਬਾਰ-ਬਾਰ ਪਾਠ ਪ੍ਰੇਰ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਕੋਈ ਬੜੇ-ਬੜੇ ਲੋਕਾਂ ਨੂੰ ਸੱਦ ਕੇ ਕੋਈ ਆਪਣੇ ਆਪ ਨੂੰ ਦਿਖਾਉਣ ਦੇ ਲਈ, ਦਿਖਾਵੇ ਦੇ ਤੌਰ ਤੇ ਪ੍ਰੇਰ ਕਰਨ ਦੀ ਕੋਈ ਜ਼ਰੂਰਤ ਨਹੀਂ, ਤੁਹਾਨੂੰ ਕੋਈ ਤੀਰਥ ਅਸਥਾਨਾਂ ਤੇ ਜਾ ਕੇ ਮੱਥੇ ਟੇਕਣ ਦੀ ਜ਼ਰੂਰਤ, ਸਿਰਫ ਆਪਣੀ ਜ਼ਿੰਦਗੀ ਨੂੰ ਇੱਕ ਚੰਗੇ ਪਾਸੇ ਵੱਲ ਡਾਇਵਰਟ ਕਰਨ ਦੀ ਜ਼ਰੂਰਤ ਹੈ। ਤੇ ਜਦ ਸਾਡੀ ਜ਼ਿੰਦਗੀ 'ਚ ਡਾਇਵਰਸ਼ਨ ਆ ਜਾਊਗੀ, ਜਦ ਸਾਡੀ ਜ਼ਿੰਦਗੀ ਦੇ ਵਿੱਚ ਚੰਗੇ ਕੰਮਾਂ ਦੇ ਨਾਲ ਅਸੀਂ ਚੰਗਾ ਬੀਜਾਂਗੇ, ਆਟੋਮੈਟਿਕਲੀ ਸਾਨੂੰ ਉਸ ਦੇ ਚੰਗੇ ਰਿਜ਼ਲਟ ਦੀ ਵੇਟ ਨਹੀਂ ਕਰਨੀ ਪਊਗੀ। ਜਦੋਂ ਤੁਸੀਂ ਚੰਗੇ ਤਰੀਕੇ ਨਾਲ ਐਗਜ਼ਾਮ ਦੇ ਵਿੱਚ ਬੈਠੇ ਹੋਵੋਗੇ, ਪੂਰੇ ਟੈਸਟ ਨੂੰ ਤੁਸੀਂ ਆਨਸਰ ਕੀਤਾ ਹੋਊਗਾ, ਸਹੀ ਤਰੀਕੇ ਨਾਲ ਕੀਤਾ ਹੋਊਗਾ, ਤੁਹਾਨੂੰ ਫਿਰ ਪਾਸ ਫੇਲ ਹੋਣ ਦੀ ਵੇਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਤੁਹਾਨੂੰ ਆਲਰੇਡੀ ਯੂ ਨੋ ਯੂਅਰ ਰਿਜ਼ਲਟ ਕੀ ਹੋਣਾ ਹੈ। ਅਗਰ ਨਹੀਂ ਕੀਤਾ ਤੇ ਤਾਂ ਵੀ ਉਸ ਦਾ ਰਿਜ਼ਲਟ ਆਪਣੇ ਆਪ ਸਾਨੂੰ ਪਤਾ ਹੁੰਦਾ ਹੈ। ਗੁਰੂ ਜੀ ਉਹੀ ਗੱਲਾਂ ਸਾਨੂੰ ਹਰ ਇੱਕ ਸ਼ਬਦ ਦੇ ਨਾਲ, ਹਰ ਇੱਕ ਲਫ਼ਜ਼ ਦੇ ਨਾਲ, ਹਰ ਇੱਕ ਸ਼ਲੋਕ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਕੋਈ ਵੀ ਗੁਰੂ ਹੋਵੇ, ਕੋਈ ਵੀ ਪੀਰ ਹੋਵੇ, ਕੋਈ ਵੀ ਪੈਗੰਬਰ ਹੋਵੇ, ਉਹ ਇੱਕ ਪੇਰੈਂਟਸ ਦੀ ਤਰ੍ਹਾਂ ਸਾਡਾ ਸਾਥ ਦਿੰਦੇ ਹਨ। ਜਿਸ ਤਰ੍ਹਾਂ ਸਾਰੇ ਪੇਰੈਂਟਸ ਚਾਹੁੰਦੇ ਹਨ, ਮਦਰ ਫਾਦਰ ਚਾਹੁੰਦੇ ਹਨ ਕਿ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ, ਉਹਨਾਂ ਦੇ ਬੱਚੇ ਉਹ ਕਿਸੇ ਚੰਗੇ ਪਾਸੇ ਵੱਲ ਜਾਣ। ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਚੋਰ ਬਣਨ,
ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਜੂਆ ਖੇਡਣ, ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਸ਼ਰਾਬੀ ਕਬਾਬੀ ਬਣਨ, ਉਹ ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਜੇਲ੍ਹ ਦੇ ਵਿੱਚ ਜਾਣ। ਹਰ ਇੱਕ ਆਦਮੀ ਚਾਹੁੰਦਾ ਹੈ ਕਿ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਕਿਸੇ ਚੰਗੇ ਪਾਸੇ ਵੱਲ ਜਾ ਕੇ ਮਾਪੇ ਦੇ ਨਾਲੋਂ ਬੈਟਰ ਕੰਮ ਕਰਨ। ਪਰ ਰਿਜ਼ਲਟ ਕੀ ਹੁੰਦਾ ਹੈ? ਜੋ ਉਸ ਆਦਮੀ ਨੇ ਕਰਨਾ ਹੈ ਉਹਨੂੰ ਉਹੋ ਜਿਹਾ ਹੀ ਬਣਨਾ ਹੈ, ਨਾ ਕਿ ਮਾਂ-ਬਾਪ ਨੇ ਜੋ ਐਕਸਪੈਕਟ ਕੀਤਾ ਹੁੰਦਾ ਹੈ। ਇਹੀ ਗੱਲ ਗੁਰੂ ਹੈ, ਇਹੀ ਗੱਲ ਪਰਮਾਤਮਾ ਹੈ। ਉਸਨੇ ਸਾਨੂੰ ਚੰਗੇ ਕੰਮ ਕਰਨ ਦੀ ਆਸ ਸਾਡੇ ਤੇ ਰੱਖੀ ਹੈ। ਉਸਨੇ ਸਾਨੂੰ ਚੰਗੇ ਪਾਸੇ ਵੱਲ ਜਾਣ ਦਾ ਇੱਕ ਰਸਤਾ ਦਿਖਾਇਆ ਹੈ, ਪਰ ਅਸੀਂ ਆਪਣੇ ਦਿਮਾਗ ਨੂੰ ਗਲਤ ਪਾਸੇ ਵੱਲ ਲਾਇ ਕੇ ਕਦੇ ਅਸੀਂ ਦੁੱਧ ਚੜਾ ਦਿੰਦੇ ਹਾਂ, ਕਦੇ ਅਸੀਂ ਫੁੱਲ ਚੜਾ ਦਿੰਦੇ ਹਾਂ, ਕਦੇ ਅਸੀਂ ਧੂਫ ਕਰਨਾ ਸ਼ੁਰੂ ਕਰ ਦਿੰਦੇ ਹਾਂ, ਕਦੇ ਅਸੀਂ ਐਵੇਂ ਹੀ ਬੱਤੀਆਂ ਬਾਲ ਕੇ ਇਹ ਸੋਚਣਾ ਸ਼ੁਰੂ ਕਰਦੇ ਹਾਂ ਕਿ ਮੈਂ ਚੰਗੀ ਪ੍ਰੇਅਰ ਕੀਤੀ ਸੀ ਜਾਂ ਚੰਗੇ ਤਰੀਕੇ ਨਾਲ ਅਰਦਾਸ ਕੀਤੀ ਸੀ। ਪਰ ਗੁਰੂ ਜੀ ਨੇ ਤਾਂ ਇਹ ਕਹਿ ਦਿੱਤਾ ਸੀ ਕਿ ਤਨ ਮਨ ਅਰਪਿਓ ਪੂਜ ਚੜਾਵਿਓ, ਗੁਰ ਪ੍ਰਸਾਦ ਨਰਿੰਜਨ ਪਾਵਿਓ। ਗੁਰੂ ਜੀ ਨੇ ਕਹਿ ਦਿੱਤਾ ਕਿ ਜਿਹਨੇ ਸਾਰਾ ਕੁਝ ਦਿੱਤਾ ਹੈ, ਦੁੱਧ ਵੀ ਉਹਨੇ ਦਿੱਤਾ ਹੈ, ਫਰੂਟ ਵੀ ਉਹਨੇ ਦਿੱਤੇ ਹਨ, ਜ਼ਮੀਨ ਅਸਮਾਨ ਵੀ ਉਹਨੇ ਦਿੱਤੀ ਹੈ, ਧੁੱਪ ਛਾਂ ਵੀ ਉਹਨੇ ਦਿੱਤੀ ਹੈ। ਫਿਰ ਅਸੀਂ ਪਖੰਡਬਾਜ਼ੀ ਵਿੱਚ ਪੈ ਕੇ ਫਿਰ ਅਸੀਂ ਉਸ ਤੋਂ ਕਿਸ ਤਰੀਕੇ ਦੇ ਨਾਲ ਉਸ ਨੂੰ ਵੀ ਬਲੈਕਮੇਲ ਕਰ ਰਹੇ ਹਾਂ। ਪ੍ਰੇਅਰ ਨੂੰ ਵੀ ਇੱਕ ਤਰੀਕੇ ਦੇ ਨਾਲ ਅਸੀਂ ਉਹ ਦਿਖਾਵੇ ਦੇ ਤੌਰ ਤੇ ਕਰ ਰਹੇ ਹਾਂ। ਦਿਖਾਵੇ ਦੀ ਜ਼ਿੰਦਗੀ, ਰੀਤਾਂ ਰਿਵਾਜਾਂ ਦੀ ਜ਼ਿੰਦਗੀ ਤੋਂ ਉੱਚਾ ਉੱਠ ਕੇ ਸਾਨੂੰ ਗੁਰੂ ਜੀ ਸ਼ਬਦਾਂ ਦੇ ਨਾਲ ਜੋੜਨਾ ਚਾਹੁੰਦੇ ਹਨ। ਤੇ ਅੱਜ ਵੀ ਉਹੀ ਗੱਲ ਕਰ ਲਓ। ਅੱਜ ਉਹ ਹਰ ਇੱਕ ਚੀਜ਼ ਸਾਡੇ ਸਾਹਮਣੇ ਆ ਰਹੀ ਹੈ ਕਿ ਸਾਡੇ ਲਈ ਮੰਦਿਰ ਵੀ ਬੰਦ ਹੋ ਗਏ, ਚਰਚ ਵੀ ਬੰਦ ਹੋ ਗਏ, ਗੁਰਦੁਆਰੇ ਵੀ ਬੰਦ ਹੋ ਗਏ, ਤੇ ਇੱਥੋਂ ਤੱਕ ਜੋ ਖਾਣ ਪੀਣ ਵਾਲੇ ਜਗ੍ਹਾ ਸਨ ਉਹ ਵੀ ਬੰਦ ਹੋ ਗਈਆਂ। ਤੇ ਅਸੀਂ ਉਸ ਦਾ ਰਿਜ਼ਲਟ ਕੀ ਅੱਜ ਦੇਖ ਰਹੇ ਹਾਂ ਕਿ ਸਾਰਾ ਐਟਮੋਸਫੀਅਰ ਸਕਾਈ ਵੱਲ ਦੇਖੋ, ਇੱਕਦਮ ਸਾਨੂੰ ਕਲੀਅਰ ਦਿਸਦੀ ਹੈ, ਸਾਨੂੰ ਫਰੈਸ਼ ਜਾਂ ਸਾਨੂੰ ਇੱਕ ਸ਼ੁੱਧਤਾ ਦੀ ਸਮੈਲ ਆਉਂਦੀ ਹੈ। ਸਾਨੂੰ ਦੁਨੀਆ ਦੇ ਵਿੱਚ ਜੋ ਵੀ ਪੋਲਿਊਸ਼ਨ ਸੀ ਉਹ ਖਤਮ ਹੁੰਦੀ ਨਜ਼ਰ ਆ ਰਹੀ ਹੈ। ਇਸ ਪੋਲਿਊਸ਼ਨ ਨੇ ਸਾਡੇ ਦਿਮਾਗ ਨੂੰ ਖਤਮ ਕਰ ਰਿਹਾ ਹੈ। ਇਸ ਗੰਦਗੀ ਨੇ, ਸਾਡੀ ਬੁਰੀ ਸੋਚ ਨੇ ਸਾਡੇ ਦਿਮਾਗ ਨੂੰ ਬੁਰੀ ਤਰ੍ਹਾਂ ਗੰਦਾ ਕਰ ਰੱਖਿਆ ਹੈ। ਗੁਰੂ ਜੀ ਉਹੀ ਆਪਣੇ ਸ਼ਬਦ ਵਿੱਚ ਪ੍ਰੇਅਰ ਕਰਦੇ ਨੇ, ਅਰਦਾਸ ਕਰਦੇ ਨੇ, ਸਾਨੂੰ ਦੱਸ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਸਾਨੂੰ ਅਰਦਾਸ ਕਰ ਰਹੇ ਨੇ। ਗੁਰੂ ਜੀ ਕਹਿ ਰਹੇ ਨੇ ਕਿ ਮੈਂ ਤੈਨੂੰ ਸਮਝਾ ਰਿਹਾ ਕਿ ਮੈਂ ਰੱਬ ਦੇ ਨਾਂ ਦਾ ਵਪਾਰ ਕਰਨ ਆਇਆ ਹਾਂ, ਮੈਂ ਗਲਤ ਬੰਦਿਆਂ ਨੂੰ ਹਟਾ ਕੇ ਚੰਗੇ ਪਾਸੇ ਵੱਲ ਲਾਉਣ ਆਇਆ ਹਾਂ। ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ, ਹਰ ਸੋ ਹੀਰਾ ਛੱਡ ਕੇ ਕਰੇ ਆਣ ਕੀ ਆਸ। ਰੱਬ ਨੂੰ, ਪਰਮਾਤਮਾ ਨੂੰ, ਅੱਲਾਹ ਨੂੰ, ਵਾਹਿਗੁਰੂ ਨੂੰ ਛੱਡ ਕੇ ਜੋ ਹੋਰ ਦਿਖਾਵੇ ਦੀ ਜ਼ਿੰਦਗੀ ਜੀ ਰਿਹਾ ਹੈ ਤੇ ਨਰ ਦੋਜ਼ਖ ਜਾਏਂਗੇ। ਦੋਜ਼ਖ ਦਾ ਮਤਲਬ ਤੁਸੀਂ ਸਮਝਦੇ ਹੋ ਕਿ ਉਹ ਕਿੱਥੇ ਜਾਣਗੇ? ਜੋ ਗੁਰੂ ਜੀ ਕਹਿ ਰਹੇ ਕਿ ਜੋ ਗਲਤ ਪਾਸੇ ਵੱਲ ਲੱਗੇ ਹੋਏ ਹਨ। ਤੇ ਸਤ ਭਾਖੇ ਰਵਿਦਾਸ, ਗੁਰੂ ਜੀ ਕਹਿ ਰਹੇ ਮੈਂ ਬਿਲਕੁਲ ਸੱਚ ਕਹਿ ਰਿਹਾ, ਸੱਚਾਈ ਦੀ ਸਟੈਂਪ ਲਾ ਦਿੱਤੀ ਹੈ ਉੱਤੇ ਕਿ ਮੈਂ ਜੋ ਕਿਹਾ ਉਹ ਸਹੀ ਕਿਹਾ। ਕਿ ਤੇ ਨਰ ਦੋਜ਼ਖ ਦਾ ਨਰਕ ਮਤਲਬ ਹੁੰਦਾ ਕਿ ਨਰਕ, ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਊਗੀ, ਉਹ ਨਰਕਾਂ ਨੂੰ ਜਾਣਗੇ ਤੇ ਜੋ ਗਲਤ ਪਾਸੇ ਵੱਲ ਜਾਂਦੇ ਹਨ। ਤੇ ਆਓ ਆਪਾਂ ਸ਼ਬਦਾਂ ਦੇ ਕੋਲੋਂ ਕੁਛ ਨਾ ਕੁਛ ਸਿੱਖੀਏ, ਆਓ ਆਪਾਂ ਇਹਨਾਂ ਨੂੰ ਵਿਚਾਰੀਏ। ਅਗਰ ਅਸੀਂ ਚਾਹੁੰਦੇ ਹਾਂ ਕਿ ਉਸ ਵੈਲੀ ਦੇ ਵਿੱਚੋਂ, ਉਸ ਖਾਈ ਦੇ ਵਿੱਚੋਂ, ਅਸੀਂ ਡੂੰਘਾਈ ਦੇ ਵਿੱਚ ਜਿਸ ਦੇ ਵਿੱਚ ਅਸੀਂ ਡਿੱਗ ਚੁੱਕੇ ਹਾਂ, ਉਸ ਦੇ ਵਿੱਚੋਂ ਬਾਹਰ ਨਿਕਲਣਾ ਹੈ। ਤੇ ਬਾਹਰ ਨਿਕਲਣ ਦੀ ਹਿੰਮਤ ਵੀ ਸਾਨੂੰ ਉਸ ਦੀ ਪ੍ਰੇਅਰ, ਉਸ ਦੀ ਕੀਤੀ ਹੋਈ ਅਰਦਾਸ ਹੀ ਸਾਨੂੰ ਉਸ ਦੇ ਵਿੱਚੋਂ ਬਾਹਰ ਕੱਢ ਸਕਦੀ ਹੈ। ਕੱਟ ਅਬ ਕੱਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮਰਾਰ। ਅਰਦਾਸ ਕਰਦੇ ਹਾਂ, ਪ੍ਰੇਅਰ ਕਰਦੇ ਹਾਂ, ਨਾ ਕਿ ਅਸੀਂ ਕਿਸੇ ਜਗ੍ਹਾ ਵਿੱਚ ਜਾ ਕੇ ਇਕੱਲਤਾ ਵਿੱਚ ਬੈਠ ਕੇ, ਇੱਕ ਸੈਪਰੇਟ ਜਗ੍ਹਾ ਦੇ ਵਿੱਚ ਬੈਠ ਕੇ, ਇੱਕ ਸ਼ਾਂਤ ਜਗ੍ਹਾ ਦੇ ਵਿੱਚ ਬੈਠ ਕੇ ਜਦੋਂ ਅਸੀਂ ਅਰਦਾਸ ਕਰਦੇ ਹਾਂ, ਕਹਿੰਦੇ ਕਿ ਉਹ ਅਰਦਾਸ ਹਮੇਸ਼ਾ ਹੀ ਸੁਣੀ ਜਾਂਦੀ ਹੈ। ਜੋ ਅਸੀਂ ਦਿਖਾਵੇ ਦੀ ਅਰਦਾਸ ਕਰਦੇ ਹਾਂ, ਸਪੀਕਰ ਦੇ ਵਿੱਚ ਕਰਦੇ ਹਾਂ, ਲਾਊਡ ਸਪੀਕਰ ਵਿੱਚ ਕਰਦੇ ਹਾਂ, ਜਾਂ ਇਹ ਕਹਿ ਦਿੰਦੇ ਹਾਂ ਕਿ ਮੇਰਾ ਨਾਮ ਨਹੀਂ ਲਿਖਿਆ ਗਿਆ ਜਾਂ ਮੇਰੀ ਅਰਦਾਸ ਨਹੀਂ ਕੀਤੀ ਗਈ, ਉਹ ਸਿਰਫ ਇੱਕ ਦਿਖਾਵੇ ਦੀ ਅਰਦਾਸ ਹੁੰਦੀ। ਗੁਰੂ ਜੀ ਉਸ ਅਰਦਾਸ ਦੀ ਗੱਲ ਕਰਦੇ, ਉਸ ਪੂੰਜੀ ਦੀ, ਉਸ ਕੈਪੀਟਲ ਦੀ ਨੂੰ ਪ੍ਰੀਜ਼ਰਵ ਕਰਨ ਦੇ ਲਈ ਗੁਰੂ ਜੀ ਕਹਿ ਰਹੇ ਹਨ ਕਿ ਮੇਰੀ ਜ਼ਿੰਦਗੀ ਨੂੰ ਕਿਸੇ ਚੰਗੇ ਪਾਸੇ ਵੱਲ ਲਾ ਦਵੀਂ, ਕਿਉਂਕਿ ਮੈਂ ਭੁੱਲ ਚੁੱਕਿਆ ਹਾਂ, ਅਸੀਂ ਭੁੱਲ ਚੁੱਕੇ ਹਾਂ, ਅਸੀਂ ਬੁਰੇ ਕੰਮਾਂ ਦੇ ਵਿੱਚ ਪੈ ਕੇ ਬਹੁਤ ਸਾਰੀਆਂ ਡੂੰਘਾਈਆਂ ਦੇ ਵਿੱਚ ਡਿੱਗ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਚੁੱਕੇ ਹਾਂ। ਗੁਰੂ ਜੀ ਨੇ, ਪਰਮਾਤਮਾ ਨੇ ਇੱਕਦਮ ਸਟਾਪ ਲਾ ਦਿੱਤਾ। ਚਲਦੀ ਚਲਦੀ ਹੋਈ ਜ਼ਿੰਦਗੀ ਰੁਕ ਗਈ। ਬੜੇ ਬੜੇ ਬਣਾਏ ਹੋਏ ਪ੍ਰੋਜੈਕਟ, ਬੜੇ ਬੜੇ ਕੀਤੀਆਂ ਹੋਈਆਂ ਪਲੈਨਿੰਗਸ ਇੱਕਦਮ ਰੁਕ ਗਈਆਂ। ਤੇ ਅੱਜ ਸਾਨੂੰ ਆਪਣੀ ਸੋਚ ਇਸ ਪਾਸੇ ਵੱਲ ਲਾਉਣੀ ਚਾਹੀਦੀ ਕਿ ਅਜਿਹਾ ਕਿਉਂ ਹੋਇਆ। ਅਗਰ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਤੇ ਕੀ ਇਸ ਬਿਮਾਰੀ ਦਾ ਇਲਾਜ ਨਹੀਂ?
ਅਗਰ ਅਸੀਂ ਆਦਮੀ ਨੂੰ ਕਲੋਨ ਕਰ ਸਕਦੇ ਹਾਂ, ਅਗਰ ਇਸ ਆਦਮੀ ਦੀ ਕਾਪੀ ਕਰ ਸਕਦੇ ਹਾਂ, ਜਾਂ ਆਦਮੀ ਕਿਸੇ ਮੂਨ ਤੇ ਪਹੁੰਚ ਸਕਦਾ ਹੈ, ਜੇ ਕਿਸੇ ਵੀ ਪਲੈਨਟ ਤੇ ਅਸੀਂ ਪਹੁੰਚਣ ਦੀ, ਕਿਸੇ ਵੀ ਅਸੀਂ ਸਪੇਸਸ਼ਿਪ ਤੇ ਜਾ ਕੇ ਕਿਤੇ ਨਾ ਕਿਤੇ ਜਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕਿ ਅਗਰ ਆਦਮੀ ਕੋਲ ਇੰਨਾ ਦਿਮਾਗ ਹੈ ਤੇ ਫਿਰ ਆਦਮੀ ਨੂੰ ਮੌਤ ਤੋਂ, ਡੈਥ ਤੋਂ, ਬਿਮਾਰੀ ਤੋਂ, ਇੱਕ ਦੂਸਰੇ ਦੇ ਨਾਲ ਮਿਲਣ ਤੋਂ, ਇੱਕ ਦੂਸਰੇ ਦੇ ਲਾਗੇ ਜਾਣ ਤੋਂ, ਇੱਕ ਦੂਸਰੇ ਨੂੰ ਹੱਥ ਮਿਲਾਉਣ ਤੋਂ ਕਿਉਂ ਡਰ ਹੈ? ਅੱਜ ਸਾਨੂੰ ਆਪਣਿਆਂ ਤੋਂ ਡਰ ਪੈ ਰਿਹਾ ਹੈ। ਜਿਨ੍ਹਾਂ ਲੋਕਾਂ ਦੇ ਵਿੱਚ ਅਸੀਂ ਬੈਠਦੇ ਹਾਂ, ਜਿਨ੍ਹਾਂ ਲੋਕਾਂ ਵਿੱਚ ਉੱਠਦੇ ਹਾਂ, ਜਿਨ੍ਹਾਂ ਵਿੱਚ ਖੜੇ ਹੁੰਦੇ ਹਾਂ, ਜਿਨ੍ਹਾਂ ਦੇ ਵਿੱਚ ਗਲੇ ਲੱਗ ਕੇ ਅਸੀਂ ਮਿਲਦੇ ਹਾਂ, ਜਿਨ੍ਹਾਂ ਨਾਲ ਅਸੀਂ ਆਪਣਾ ਗਲਾਸ, ਆਪਣਾ ਕੱਪ ਸ਼ੇਅਰ ਕਰਦੇ ਹਾਂ, ਜਿਨ੍ਹਾਂ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਅੱਜ ਅਸੀਂ ਉਹਨਾਂ ਤੋਂ ਹੀ 2 ਮੀਟਰ ਅਪਾਰਟ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਕੀ ਅਸੀਂ ਸੋਚਿਆ ਕਿ ਅਜਿਹਾ ਕਿਉਂ ਹੋ ਰਿਹਾ? ਕਿਉਂਕਿ ਅਸੀਂ ਕੁਦਰਤ ਦੇ ਅਸੂਲਾਂ ਨੂੰ ਨਹੀਂ ਮੰਨ ਰਹੇ, ਅਸੀਂ ਉਹਨਾਂ ਦਾ ਦਿੱਤਾ ਹੋਇਆ ਹੋਕਾ ਨਹੀਂ ਸੁਣ ਰਹੇ। ਆਓ ਆਪਾਂ ਉਸ ਹੋਕੇ ਨੂੰ ਸੁਣੀਏ, ਆਓ ਆਪਾਂ ਉਸ ਵਪਾਰੀ ਦੇ ਵਪਾਰ ਕਰਨ ਦੇ ਤਰੀਕੇ ਨੂੰ ਸਮਝੀਏ। ਗੁਰੂ ਜੀ ਖੁਦ ਕਹਿ ਰਹੇ ਨੇ, ਕੋ ਬਣ ਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਗੁਰੂ ਜੀ ਕਹਿ ਰਹੇ ਨੇ ਕਿ ਮੈਂ ਰੱਬ ਦੇ ਨਾਂ ਦਾ ਵਪਾਰ ਕਰਦਾ ਹਾਂ, ਮੇਰਾ ਟਰੱਕ, ਮੇਰਾ ਜੋ ਵੀ ਗੱਡਾ ਹੈ ਉਹ ਰੱਬ ਦੇ ਨਾਮ ਦੇ ਨਾਲ, ਚੰਗੇ ਕੰਮਾਂ ਦੇ ਨਾਲ ਲੋਡ ਕੀਤਾ ਹੋਇਆ, ਉਸ ਤੇ ਚੰਗੇ ਕੰਮਾਂ ਦਾ ਨੌਲੇਜ ਹੈ, ਗਿਆਨ ਹੈ, ਉਸ ਦੇ ਵਿੱਚੋਂ ਕੁਛ ਨਾ ਕੁਛ ਲੈ ਲਵੋ। ਸ਼ਰੇਆਮ ਗੁਰੂ ਜੀ ਆਪਣਾ ਨੌਲੇਜ, ਆਪਣਾ ਗਿਆਨ ਸ਼ਬਦਾਂ ਦੇ ਵਿੱਚ ਪਾ ਕੇ ਉਹ ਵੰਡ ਰਹੇ ਨੇ, ਪਰ ਅਨਫੋਰਚੂਨੇਟਲੀ ਅਸੀਂ ਸਿਰਫ ਤੇ ਸਿਰਫ ਆਪਸ ਦੇ ਵਿੱਚ ਪਾਈਆਂ ਹੋਈਆਂ ਡਿਵੀਜ਼ਨ ਦੇ ਕਰਕੇ, ਕੋਈ ਕਹਿੰਦਾ ਮੰਦਰ ਜਾ, ਕੋਈ ਕਹਿੰਦਾ ਮਸਜਿਦ ਜਾ, ਜਿੰਨੇ ਰੱਬ ਦੇ ਖੌਰ ਖੁਆ ਸਾਰੇ ਲਾਉਂਦੇ ਆਪੋ ਆਪਣਾ ਦਾ, ਸਿਰਫ ਅਸੀਂ ਝਗੜਿਆਂ ਦੇ ਵਿੱਚ ਪੈ ਕੇ, ਇੱਕ ਦੂਸਰੇ ਨੂੰ ਕ੍ਰਿਟੀਸਾਈਜ਼ ਕਰਕੇ, ਇੱਕ ਦੂਸਰੇ ਦੀ ਆਲੋਚਨਾ ਕਰਕੇ ਬਸ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਹਾਂ। ਗੁਰੂ ਜੀ ਕਹਿ ਰਹੇ ਨੇ, ਕੱਟ ਅਬ ਕੱਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾਰ। ਕੋ ਬਨ ਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ, ਹੋ ਬਨ ਜਾਰੋ ਰਾਮ ਕੋ ਸਹਿਜ ਕਰਿਓ ਵਪਾਰ, ਮੈਂ ਰਾਮ ਨਾਮ ਧਨ ਲਾਦਿਆ ਬਿਖਲਾ ਦੀ ਸੰਸਾਰ। ਫਿਰ ਗੁਰੂ ਜੀ ਨੇ ਉਹੀ ਗੱਲ ਕਹਿ ਦਿੱਤੀ ਕਿ ਮੈਂ ਰਾਮ ਨਾਮ ਧਨ ਲਾਦਿਆ। ਗੁਰੂ ਜੀ ਖੁਦ ਪਰਮਾਤਮਾ ਸਨ, ਪਰਮਾਤਮਾ ਦੇ ਨਾਮ ਦਾ ਆਦੇਸ਼ ਦਾ ਹੋਕਾ ਸਾਨੂੰ ਦੇ ਰਹੇ ਨੇ ਕਿ ਮੈਂ ਰਾਮ ਨਾਮ ਧਨ ਲਾਦਿਆ, ਕਿ ਰੱਬ ਦੇ ਨਾਂ ਦਾ ਮੈਂ ਵਪਾਰ ਕਰ ਰਿਹਾ ਹਾਂ, ਤੁਹਾਨੂੰ ਚੰਗੇ ਪਾਸੇ ਵੱਲ ਆਉਣ ਦਾ ਇੱਕ ਰਸਤਾ ਦਿਖਾ ਰਿਹਾ ਹਾਂ। ਰਸਤਾ ਕੀ ਹੈ? ਕਿ ਚੰਗੇ ਕੰਮ ਕਰੋ, ਚੰਗੇ ਇਨਸਾਨ ਬਣੋ, ਆਪਣੀ ਸੋਚ ਨੂੰ ਬਦਲਿਓ। ਆਪਣੀ ਸੋਚ ਨੂੰ ਬਦਲਾਂਗੇ, ਇਨਸਾਨਾਂ, ਹਰ ਇੱਕ ਇਨਸਾਨ ਨੂੰ ਅਸੀਂ ਇਨਸਾਨ ਸਮਝਾਂਗੇ, ਹਰ ਇੱਕ ਇਨਸਾਨ ਨੂੰ ਅਸੀਂ ਆਪਣੇ ਵਰਗਾ ਸਮਝਾਂਗੇ। ਹਰ ਇੱਕ ਇਨਸਾਨ, ਜਿਸ ਤਰ੍ਹਾਂ ਮੈਂ ਗੱਲ ਕਰਕੇ ਹਟਿਆ ਕਿ ਸ਼ੀਸ਼ੇ ਦੇ ਵਿੱਚ ਦੇਖਾਂਗੇ, ਤੇ ਅਗਰ ਅਸੀਂ ਦੂਸਰੇ ਪਾਸੇ ਦੇ ਆਦਮੀ ਨੂੰ ਵੀ ਆਪਣੇ ਵਰਗਾ ਹੀ, ਜਿਸ ਤਰ੍ਹਾਂ ਅਸੀਂ ਆਪਣੇ ਚਿਹਰੇ ਨੂੰ ਜਾਂ ਆਪਣੀ ਸੂਰਤ ਨੂੰ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਸਵਾਰਨ ਦੀ ਕੋਸ਼ਿਸ਼ ਕਰਦੇ ਹਾਂ, ਅਗਰ ਅਸੀਂ ਇਸੇ ਤਰ੍ਹਾਂ ਹੀ ਜੋ ਸਾਹਮਣੇ ਵਾਲਾ ਆਦਮੀ ਹੈ ਉਸ ਨੂੰ ਸਵਾਰਨ ਦੀ ਕੋਸ਼ਿਸ਼ ਕਰਾਂਗੇ, ਤੇ ਅਸੀਂ ਆਪਣੇ ਆਪ ਸੁਧਰ ਜਾਵਾਂਗੇ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਡਰ ਹੁੰਦੇ ਹਨ। ਡਰ ਤਦ ਹੀ ਪੈਦਾ ਹੁੰਦਾ ਹੈ ਜਦੋਂ ਅਸੀਂ ਬੀਤੇ ਹੋਏ ਕੱਲ੍ਹ ਦੀ ਗੱਲ ਕਰਦੇ ਹਾਂ, ਜੈਸਟਰਡੇ ਦੀ ਗੱਲ ਕਰਦੇ ਹਾਂ। ਜਦੋਂ ਅਸੀਂ ਜੈਸਟਰਡੇ ਦੀ ਗੱਲ ਕਰਦੇ ਹਾਂ ਕਿ ਕਿੰਨਾ ਦੁੱਖਾਂ ਤਕਲੀਫਾਂ ਦੇ ਵਿੱਚੋਂ ਲੰਘ ਕੇ ਅਸੀਂ ਇੱਥੇ ਤੱਕ ਪਹੁੰਚੇ, ਹਰ ਇੱਕ ਇਨਸਾਨ, ਕਿ ਜੈਸਟਰਡੇ ਜਾਂ ਉਸ ਤੋਂ ਪਹਿਲੇ ਜੋ ਦਿਨ ਸਨ ਉਹ ਮਾੜੇ ਦਿਨ ਸੀ, ਜਾਂ ਅਸੀਂ ਗਰੀਬੀ ਦੇ ਵਿੱਚ ਸੀ, ਜਾਂ ਸਾਡਾ ਧੱਕਾ ਹੁੰਦਾ ਸੀ। ਅੱਜ ਅਸੀਂ ਹੌਲੀ ਹੌਲੀ ਪ੍ਰੋਗਰੈਸ ਕਰਕੇ ਕਿਤੇ ਨਾ ਕਿਤੇ ਕਿਸੇ ਸਟੇਜ ਤੇ ਪਹੁੰਚੇ ਹਾਂ। ਜਦ ਅਸੀਂ ਪੁਰਾਣੇ ਬੀਤੇ ਹੋਏ ਕੱਲ੍ਹ ਦੀ ਯਾਦ ਕਰਦੇ ਹਾਂ, ਕਹਿੰਦੇ ਨੇ ਕਿ ਸਾਡੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ, ਅਥਰੂ ਆ ਜਾਂਦੇ ਨੇ। ਤੇ ਜਦ ਅਸੀਂ ਆਉਣ ਵਾਲੇ ਕੱਲ੍ਹ ਦੀ ਗੱਲ ਕਰਦੇ ਹਾਂ, ਫਿਊਚਰ ਦੀ ਗੱਲ ਕਰਦੇ ਹਾਂ, ਤੇ ਫਿਰ ਸਾਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ। ਆਈ ਹੋਪ ਕਿ ਕੱਲ੍ਹ ਆਉਣ ਵਾਲਾ ਕੱਲ੍ਹ ਚੰਗਾ ਆਵੇ। ਉਹ ਸਾਡੇ ਮਨ ਦੇ ਵਿੱਚ, ਜਦੋਂ ਅਸੀਂ ਕੱਲ੍ਹ ਦੀ ਸੋਚ ਕਰਦੇ ਹਾਂ, ਆਉਣ ਵਾਲੇ ਕੱਲ੍ਹ ਦੀ, ਉਹ ਸਾਡੇ ਦਿਮਾਗ ਦੇ ਵਿੱਚ ਇੱਕ ਭੌ, ਇੱਕ ਡਰ ਪੈਦਾ ਕਰ ਦਿੰਦਾ ਹੈ, ਤੇ ਬੀਤਿਆ ਹੋਇਆ ਕੱਲ੍ਹ ਨੂੰ ਅਸੀਂ ਸੋਚ ਕੇ ਰੋਣਾ ਜਾਂ ਪਛਤਾਉਣਾ ਸ਼ੁਰੂ ਕਰ ਦਿੰਦੇ ਹਾਂ। ਪਰ ਅਸੀਂ ਅੱਜ ਦੇ ਮੂਮੈਂਟ ਦੀ, ਅੱਜ ਦੀ ਗੱਲ ਤਾਂ ਕਦੀ ਕਰਦੇ ਹੀ ਨਹੀਂ, ਕਿ ਅਸੀਂ ਆਉਣ ਵਾਲੇ ਕੱਲ੍ਹ ਦੀ ਜਾਂ ਬੀਤ ਚੁੱਕੇ ਕੱਲ੍ਹ ਦੀ ਹੀ ਗੱਲ ਕਰਦੇ ਰਹਿੰਦੇ ਹਾਂ। ਆਓ ਆਪਾਂ ਅੱਜ ਦੀ ਗੱਲ ਕਰੀਏ, ਹੁਣ ਦੀ ਗੱਲ ਕਰੀਏ। ਅਗਰ ਹੁਣ ਨੂੰ ਅਸੀਂ ਸੰਭਾਲ ਲਵਾਂਗੇ ਤੇ ਟੁਮਾਰੋ ਇਹੀ ਸਾਡਾ ਪਾਸਟ ਬਣ ਜਾਊਗਾ, ਤੇ ਇਸੇ ਪਾਸਟ ਤੇ ਬਣੀ ਹੋਈ ਸਾਡੀ ਸੋਚ, ਇਸੇ ਪਾਸਟ ਤੇ ਬਣੇ ਹੋਏ ਸਾਡੇ ਜੋ ਕੰਮ ਹਨ, ਇਹੀ ਜਗ੍ਹਾ ਤੇ ਬਣੀ ਹੋਈ ਜੋ ਸਾਡੀ ਸੋਚ ਹੋਗੀ, ਉਹ ਸਾਡੀ ਜ਼ਿੰਦਗੀ ਦੀ ਇੱਕ ਫਾਊਂਡੇਸ਼ਨ ਬਣ ਜਾਂਦੀ ਹੈ, ਇੱਕ ਨੀਂਹ ਬਣ ਜਾਂਦੀ ਹੈ। ਆਪਾਂ ਸਾਰੇ ਕਹਿੰਦੇ ਹਾਂ
कि ਨੀਹਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਆਪਣੀ ਫਾਊਂਡੇਸ਼ਨ ਜਿਸ ਮਕਾਨ ਦੀ ਫਾਊਂਡੇਸ਼ਨ ਕਮਜ਼ੋਰ ਹੋਵੇ ਉਹ ਮਕਾਨ ਕਦੇ ਲਾਸਟ ਨਹੀਂ ਕਰਦਾ। ਸਾਨੂੰ ਆਪਣੀ ਫਾਊਂਡੇਸ਼ਨ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਆਪਣੇ ਇਰਾਦਿਆਂ ਨੂੰ ਬਦਲਣ ਦੀ ਜ਼ਰੂਰਤ ਹੈ। ਸਾਡੇ ਇਰਾਦੇ ਤਦ ਹੀ ਬਦਲ ਸਕਦੇ ਹਨ, ਸਾਡੀ ਫਾਊਂਡੇਸ਼ਨ ਤਦ ਹੀ ਬਦਲ ਸਕਦੀ ਹੈ ਤੇ ਜੋ ਸਾਡੇ ਐਕਸ਼ਨਸ ਹਨ ਸਟੈਪ ਬਾਈ ਸਟੈਪ ਉਹ ਉਸ ਪਾਸੇ ਵੱਲ ਸਾਨੂੰ ਚੰਗੇ ਪਾਸੇ ਵੱਲ ਲੈ ਕੇ ਜਾਣ। ਤੇ ਗੁਰੂਆਂ ਦੇ ਆਦੇਸ਼ਾਂ ਦੇ ਵਿੱਚੋਂ, ਗੁਰੂਆਂ ਦੇ ਬਾਣੀ ਦੇ ਵਿੱਚੋਂ ਹਰ ਇੱਕ ਸ਼ਬਦ, ਹਰ ਇੱਕ ਲਫ਼ਜ਼ ਸਾਨੂੰ ਇਹੀ ਸਿਖਾਉਂਦਾ ਹੈ ਕਿ ਅੱਜ ਨੂੰ ਸਵਾਰੋ, ਹੁਣ ਨੂੰ ਸਵਾਰੋ। ਜੇ ਹੁਣ ਨੂੰ ਅਸੀਂ ਸਵਾਰ ਲਵਾਂਗੇ ਤੇ ਅਸੀਂ ਆਪਣੇ ਆਪ ਨੂੰ ਸਵਾਰ ਲਵਾਂਗੇ। ਆਪਣੇ ਆਪ ਨੂੰ ਸਵਾਰ ਲਵਾਂਗੇ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਸਵਾਰ ਲਵਾਂਗੇ। ਅਗਰ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਸਵਾਰ ਲਵਾਂਗੇ ਤੇ ਫਿਰ ਅਸੀਂ ਆਪਣੇ ਏਰੀਏ ਨੂੰ, ਆਪਣੇ ਸਮਾਜ ਨੂੰ ਆਪਣੇ ਆਪ ਸਵਾਰ ਸਕਦੇ ਹਾਂ। ਹਰ ਇੱਕ ਬੰਦਾ ਕ੍ਰਿਟੀਸਾਈਜ਼ ਕਰਦਾ ਹੈ ਕਿ ਇੱਥੇ ਇਹ ਬਿਮਾਰੀ ਹੈ, ਇੱਥੇ ਇਹ ਗੰਦ ਹੈ, ਇੱਥੇ ਇਹ ਹੈ, ਇੱਥੇ ਇਹ ਹੈ। ਉਹ ਸਾਨੂੰ ਦੇਖਣ ਨੂੰ ਲੱਗਦਾ ਹੈ, ਪਰ ਕਦੀ ਅਸੀਂ ਉਸ ਨੂੰ ਕਿਸ ਤਰੀਕੇ ਨਾਲ ਸਵਾਰਨਾ ਹੈ ਅਸੀਂ ਉਸ ਬਾਰੇ ਤੇ ਕਦੇ ਸੋਚਿਆ ਹੀ ਨਹੀਂ। ਤੇ ਗੁਰੂ ਜੀ ਦੇ ਸ਼ਬਦ ਸਾਨੂੰ ਉਸ ਪਾਸੇ ਵੱਲ ਡਾਇਵਰਟ ਕਰਦੇ ਨੇ ਕਿ ਗੁੱਸੇ ਤੋਂ ਦੂਰ ਰਹੋ, ਸੁਖ ਸ਼ਾਂਤੀ ਦੇ ਨਾਲ ਅਗਰ ਜ਼ਿੰਦਗੀ ਚਾਹੁੰਦੇ ਹੋ ਤੇ ਸੁਖ ਸ਼ਾਂਤੀ ਵਾਲੀ ਸੋਚ ਰੱਖੋ। ਗਲਤ ਸੋਚ ਨੂੰ ਰੱਖ ਕੇ ਕਦੇ ਸਹੀ ਰਿਜ਼ਲਟ ਦੀ ਆਸ ਨਾ ਕਰੋ। ਅਸੀਂ ਸਹੀ ਰਿਜ਼ਲਟ ਦੀ ਆਸ ਕਰਦੇ ਹਾਂ ਪਰ ਅਸੀਂ ਗਲਤ ਸੋਚ ਰੱਖਦੇ ਹਾਂ ਤੇ ਗਲਤ ਸੋਚ ਰੱਖਣ ਵਾਲਾ ਆਦਮੀ ਗਲਤ ਤਰੀਕੇ ਦੇ ਨਾਲ ਕਿਸੇ ਨਾਲ ਧੱਕਾਸ਼ਾਹੀ ਕਰਨ ਦਾ, ਜਾਂ ਕਿਸੇ ਨੂੰ ਡਾਕਟਰਾਂ ਵਿੱਚ ਵੀ ਦੇਖੋ ਕਿ ਉਹ ਕਿਸੇ ਦਾ ਇਲਾਜ ਕਰਦੇ ਆ, ਕਿਸੇ ਦਾ ਨਹੀਂ ਕਰਦੇ। ਜਿਹਦੇ ਕੋਲ ਪੈਸੇ ਹੁੰਦੇ ਹਨ ਉਹਦਾ ਇਲਾਜ ਕਰ ਦਿੰਦੇ ਆ, ਜਿਹਦੇ ਕੋਲ ਪੈਸੇ ਨਹੀਂ ਉਹ ਵਿਚਾਰਾ ਬਿਮਾਰੀ ਦਾ ਮਾਰਿਆ ਹੀ ਮਰ ਜਾਂਦਾ ਹੈ। ਇਹ ਕਿਹੋ ਜਿਹੀ ਧੱਕਾਸ਼ਾਹੀ ਹੈ ਕਿ ਕਦੇ ਅਸੀਂ ਇਹ ਨਹੀਂ ਸੋਚਿਆ ਕਿ ਅਗਰ ਉਸ ਆਦਮੀ ਦੀ ਜਗ੍ਹਾ ਅਸੀਂ ਹੁੰਦੇ ਜਾਂ ਤੁਸੀਂ ਹੁੰਦੇ ਜਾਂ ਡਾਕਟਰ ਖੁਦ ਹੁੰਦਾ ਤੇ ਫਿਰ ਉਸ ਦੀ ਫੀਲਿੰਗਸ ਕੀ ਹੁੰਦੀਆਂ। ਗੁਰੂ ਜੀ ਉਹੀ ਗੱਲ ਕਹਿ ਰਹੇ ਨੇ ਕਿ ਕੋਬ ਨਿਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾ ਰਿਹਾ। ਗੁਰੂ ਜੀ ਹੋਕਾ ਦੇ ਰਹੇ ਨੇ, ਸ਼ਰੇਆਮ ਹੋਕਾ ਦੇ ਰਹੇ। ਅੱਜ ਵੀ ਉਹ ਹੋਕਾ ਦੇ ਰਹੇ ਨੇ ਆਪਣੇ ਸ਼ਬਦਾਂ ਦੇ ਵਿੱਚ। ਅੱਜ ਵੀ ਉਹ ਸਿਰਫ 40 ਸ਼ਬਦਾਂ ਦੇ ਵਿੱਚ ਹੀ ਨਹੀਂ, ਉਹ ਪੂਰੀ ਅੰਮ੍ਰਿਤ ਬਾਣੀ ਦੇ ਵਿੱਚ, ਪੂਰੇ ਦੁਨੀਆ ਦੇ ਵਿੱਚ ਜਿੰਨੇ ਵੀ ਥਾਂ ਥਾਂ ਤੇ ਲਿਖੇ ਹੋਏ ਸ਼ਬਦ ਹਨ, ਪੂਰੇ ਗ੍ਰੰਥਾਂ ਦੇ ਵਿੱਚ, ਪੂਰੇ ਵੇਦਾਂ ਦੇ ਵਿੱਚ, ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਕਿ ਹਿੰਦੂਇਜ਼ਮ ਦੇ ਵਿੱਚ ਜਾਂ ਸਿੱਖੀਜ਼ਮ ਦੇ ਵਿੱਚ ਜਾਂ ਬੁੱਧਿਜ਼ਮ ਦੇ ਵਿੱਚ ਉਹਨਾਂ ਧਰਮਾਂ ਨੂੰ ਬਣੇ ਹੋਏ, ਉਹਨਾਂ ਦੇ ਬਣਾਏ ਹੋਏ ਅਸੂਲਾਂ ਨੂੰ ਕਈ ਹਜ਼ਾਰਾਂ ਸਾਲ ਹੋ ਚੁੱਕੇ ਹਨ, ਪਰ ਉਹਨਾਂ ਦੀ ਗੱਲ ਅਸੀਂ ਸਾਰੇ ਕਰਦੇ ਹਾਂ ਪਰ ਉਹਨਾਂ ਤੇ ਚੱਲਣ ਦੀ ਅਸੀਂ ਸੋਚ ਨਹੀਂ ਰੱਖਦੇ। ਅਗਰ ਅਸੀਂ ਉਹਨਾਂ ਤੇ ਚੱਲਣ ਦੀ ਸੋਚ ਰੱਖ ਲਵਾਂਗੇ ਤੇ ਉਸ ਦਿਨ ਸਾਨੂੰ ਇਹ ਪਤਾ ਲੱਗੂਗਾ ਕਿ ਸਗਲ ਭਵਨ ਕੇ ਨਾਇਕਾ ਇੱਕ ਛਿਣ ਦਰਸ਼ ਦਿਖਾਏ ਜੀ, ਕਿ ਜਿਸ ਦਿਨ ਉਸ ਦੀ ਇੱਕਦਮ ਲਾਈਟ ਦੇ ਨਾਲ, ਇਸ਼ਾਰੇ ਦੇ ਨਾਲ ਸਾਨੂੰ ਲਾਈਟ ਮਿਲ ਗਈ, ਸਾਨੂੰ ਜ਼ਿੰਦਗੀ ਤੇ ਚੱਲਣ ਦੇ ਅਸੂਲਾਂ ਦੀ ਬਲੈਸਿੰਗ ਮਿਲ ਗਈ ਤੇ ਉਸ ਦਿਨ ਸਾਡੀ ਜ਼ਿੰਦਗੀ ਦੇ ਸਾਰੇ ਹਨੇਰੇ ਦੂਰ ਹੋ ਜਾਣੇ ਨੇ। ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾਲ। ਅਸੀਂ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਮੇਰੀ ਜ਼ਿੰਦਗੀ ਨੂੰ ਕਿਸੇ ਚੰਗੇ ਪਾਸੇ ਵੱਲ ਲੈ ਜਾਵੇਂ। ਤੇ ਜੋ ਲੋਕ ਚੰਗੇ ਪਾਸੇ ਵੱਲ ਲੱਗ ਜਾਂਦੇ ਹਨ ਤੇ ਫਿਰ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ। ਅਗਰ ਕੋਈ ਕ੍ਰਾਈਮ ਹੀ ਨਹੀਂ ਕਰਦਾ ਤੇ ਫਿਰ ਉਸ ਨੂੰ ਜੇਲ੍ਹ ਵਿੱਚ ਜਾਣ ਦਾ ਡਰ ਕੀ ਹੋਊਗਾ। ਅਗਰ ਕੋਈ ਚੋਰੀ ਨਹੀਂ ਕਰਦਾ ਤੇ ਫਿਰ ਉਸ ਨੂੰ ਕੀ ਡਰ ਆ ਕਿ ਕਈ ਲੋਕ ਐਵੇਂ ਹੀ ਜੋ ਮਰਜ਼ੀ ਕਹਿੰਦੇ ਰਹਿਣ। ਅਗਰ ਕੋਈ ਗਲਤ ਸੋਚ ਹੀ ਨਹੀਂ ਰੱਖਦਾ, ਗਲਤ ਪਾਸੇ ਵੱਲ ਜਾਂਦਾ ਹੀ ਨਹੀਂ ਤੇ ਉਸ ਦੀ ਜ਼ਿੰਦਗੀ ਦੇ ਵਿੱਚ ਜੋ ਮਿਠਾਸ ਹੁੰਦੀ ਹੈ, ਜਿਸ ਦੀ ਗੱਲ ਮੈਂ ਸੈਟਿਸਫੈਕਸ਼ਨ ਦੀ ਗੱਲ ਕੀਤੀ ਸੀ ਕਿ ਜਦ ਸਾਡੇ ਮਨਾਂ ਵਿੱਚ ਕਾਈਂਡਨੈਸ ਹੋਊਗੀ, ਦਿਆਲਤਾ ਹੋਊਗੀ, ਸ਼ੁੱਧਤਾ ਹੋਊਗੀ, ਓਨੈਸਟੀ ਹੋਊਗੀ ਤੇ ਸਾਡੀ ਜ਼ਿੰਦਗੀ ਇੱਕਦਮ ਸੈਟਿਸਫਾਈਡ, ਸ਼ਾਂਤ ਜ਼ਿੰਦਗੀ ਬਣ ਜਾਂਦੀ ਹੈ, ਇੱਕ ਚਲਦੇ ਹੋਏ ਪਾਣੀ ਦੀ ਤਰ੍ਹਾਂ, ਚਲਦੇ ਹੋਏ ਇੱਕ ਦਰਿਆ ਦੀ ਤਰ੍ਹਾਂ। ਅਦਰਵਾਈਜ਼ ਸਾਡੀ ਜ਼ਿੰਦਗੀ ਇੱਕ ਛੱਪੜ ਦੇ ਪਾਣੀ ਦੀ ਤਰ੍ਹਾਂ ਮੁਸ਼ਕ ਮਾਰਨਾ ਸ਼ੁਰੂ ਕਰ ਦਿੰਦੀ ਹੈ। ਤੇ ਜਦੋਂ ਅਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਤੇ ਫਿਰ ਸਾਨੂੰ ਚੱਲਣਾ ਪੈਣਾ ਹੈ ਉਸ ਪਾਸੇ ਵੱਲ। ਅਗਰ ਅਸੀਂ ਸੁੱਤੇ ਰਹਿੰਦੇ ਹਾਂ ਤੇ ਫਿਰ ਅਸੀਂ ਜ਼ਿੰਦਗੀ ਦੀ ਸਵੇਰ ਦਾ ਜਾਂ ਸਕਸੈਸ, ਜਿਸ ਤਰ੍ਹਾਂ ਜਿੱਥੋਂ ਮੈਂ ਪਹਿਲਾਂ ਕਿਹਾ ਸੀ ਕਿ ਸਕਸੈਸ ਇਜ਼ ਲਾਈਕ अर्ਲੀ ਫਰੈਸ਼ ਮਾਰਨਿੰਗ, ਕਿ ਅਗਰ ਅਸੀਂ ਉਸ ਟਾਈਮ ਦੇ ਵਿੱਚ ਸੁੱਤੇ ਰਹੇ ਤੇ ਫਿਰ ਅਸੀਂ ਸਕਸੈਸ ਦਾ ਮੂੰਹ ਨਹੀਂ ਦੇਖ ਸਕਦੇ। ਗੁਰੂ ਜੀ ਕਹਿ ਰਹੇ ਹਨ ਕਿ ਮੋਹੇ ਜਮ ਡੰਡ ਨਾ ਲਾਗੀ ਤਜੀਲੇ ਸਰਬ ਜੰਜਾਲ, ਜੈਸਾ ਰੰਗ ਕੁਸੰਭ ਕਾ ਤੈਸਾ ਐ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਜਮਾਲ। ਗੁਰੂ ਜੀ ਕਹਿ ਰਹੇ ਨੇ
ਕਿ ਮੈਂ ਤੇ ਰੱਬ ਦੇ ਨਾਲ ਵਪਾਰ ਕਰਦਾ ਹਾਂ। ਗੁਰੂ ਜੀ ਗੱਲ ਕਰ ਰਹੇ ਨੇ, ਮੈਂ ਨਹੀਂ ਕਰ ਰਿਹਾ। ਗੁਰੂ ਜੀ ਕਹਿ ਰਹੇ ਨੇ ਕਿ ਮੈਂ ਰੱਬ ਦੇ ਨਾਲ ਵਪਾਰ ਕਰਦਾ, ਰੱਬ ਦੇ ਨਾਲ ਹੋਕਾ ਦੇ ਰਿਹਾ। ਪਰ ਜੋ ਦੁਨੀਆ ਆ ਉਹ ਤੇ ਇੱਕ ਗੰਦਗੀ ਦੇ ਨਾਲ, ਕੁਸੰਬੇ ਦੀ ਤਰ੍ਹਾਂ, ਇੱਕ ਫੇਕ ਰੰਗ ਦੀ ਤਰ੍ਹਾਂ, ਇੱਕ ਗਲਤ ਤਰੀਕੇ ਦੇ ਰੰਗ ਦੀ ਤਰ੍ਹਾਂ ਆਪਣੀ ਜ਼ਿੰਦਗੀ ਜੀ ਰਹੇ ਹਨ। ਦੁਨੀਆ ਦੇ ਜੋ ਵਤੀਰੇ ਹਨ, ਦੁਨੀਆ ਦਾ ਜੋ ਰਹਿਣ ਸਹਿਣ ਦਾ ਤਰੀਕਾ ਹੈ, ਜੋ ਸਾਡੀ ਸੋਚ ਹੈ, ਉਹ ਇੱਕ ਫੇਕ ਹੈ, ਉਹ ਇੱਕ ਸਿਰਫ ਦਿਖਾਵੇ ਦੀ ਹੈ। ਤੇ ਗੁਰੂ ਜੀ ਕਹਿ ਰਹੇ ਹਨ ਕਿ ਜੈਸਾ ਰੰਗ ਕੁਸੰਭ ਕਾ ਤੈਸਾ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ। ਰਮਈਏ ਕਿਹਦੀ ਗੱਲ ਉਹਨਾਂ ਕੀਤੀ ਕਿ ਜਿਹਨੇ ਸਾਨੂੰ ਪੈਦਾ ਕੀਤਾ ਹੈ, ਜਿਸ ਨੇ ਸਾਨੂੰ ਚੰਗੀ ਸੋਚ ਦਿੱਤੀ ਹੈ। ਜਦ ਬੱਚਾ ਜੰਮਿਆ ਸੀ ਉਸ ਵੇਲੇ ਉਸ ਦੇ ਵਿੱਚ ਉਹੀ ਆਤਮਾ ਸੀ ਜੋ ਇੱਕ ਪਰਮ ਆਤਮਾ ਨੇ ਦੇ ਕੇ ਉਸ ਨੂੰ ਭੇਜਿਆ ਸੀ। ਪਰ ਜਨਮ ਤੋਂ ਲੈ ਕੇ ਮਰਨ ਤੱਕ ਦਾ ਗੈਪ ਉਹ ਤੈਅ ਕਰਨ ਦੇ ਲਈ ਭਾਵੇਂ ਜਿੰਨੇ ਵੀ ਸਾਲਾਂ ਦੀ ਜ਼ਿੰਦਗੀ ਮਿਲੀ ਹੈ, ਉਸ ਦੇ ਵਿੱਚ ਅਸੀਂ ਚੰਗੇ ਕਿੰਨੇ ਕੰਮ ਕੀਤੇ ਹਨ, ਮਾੜੇ ਕੰਮ ਕਿੰਨੇ ਕੰਮ ਕੀਤੇ ਹਨ, ਉਹਨਾਂ ਦਾ ਜਿਸ ਵੇਲੇ ਹਿਸਾਬ ਕਿਤਾਬ ਹੁੰਦਾ ਹੈ ਤੇ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਜ਼ਿੰਦਗੀ ਕੀ ਹੈ, ਰਿਐਲਿਟੀ ਕੀ ਹੈ, ਸੱਚਾਈ ਕੀ ਹੈ। ਤੇ ਜਦ ਫਿਰ ਅਸੀਂ ਉਸ ਸਟੇਜ ਤੇ ਪਹੁੰਚਦੇ ਹਾਂ ਤੇ ਫਿਰ ਜ਼ਿੰਦਗੀ ਦੀ ਸ਼ਾਮ ਪੈ ਚੁੱਕੀ ਹੋ ਜਾਂਦੀ ਹੈ। ਜਿਸ ਤਰ੍ਹਾਂ ਦਿਨ ਚੜ੍ਹਦਾ ਹੈ ਤੇ ਸ਼ਾਮ ਨੂੰ ਜਦ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਕਿੰਨੇ ਕੁ ਦਿਨ, ਕਿੰਨੇ ਕੁ ਚੰਗੇ ਕੰਮ ਕੀਤੇ, ਕਿੰਨੇ ਕੁ ਮਾੜੇ ਕੰਮ ਕੀਤੇ, ਤੇ ਫਿਰ ਅਸੀਂ ਉਸ ਟਾਈਮ ਨੂੰ ਦੁਬਾਰਾ ਨਹੀਂ ਲੈ ਸਕਦੇ। ਉਸ ਟਾਈਮ ਨੂੰ ਅਸੀਂ ਦੁਬਾਰਾ ਆਪਣੇ ਉਸ ਜਗ੍ਹਾ ਤੇ ਨਹੀਂ ਲਿਆ ਸਕਦੇ। ਜਿਸ ਤਰ੍ਹਾਂ ਕਹਿੰਦੇ ਨੇ ਕਿ ਨਦੀ ਦਾ ਨੀਰ ਜੋ ਲੰਘ ਗਿਆ ਪੱਤਣੋਂ ਮੁੜ ਨਹੀਂ ਆਉਣਾ ਭਲ ਕੇ। ਜੋ ਦਰਿਆ ਦਾ ਪਾਣੀ, ਰਿਵਰ ਦਾ ਪਾਣੀ ਇੱਕ ਪਾਸੇ ਨੂੰ ਫਲੋ ਕਰਦਾ ਚਲਾ ਗਿਆ, ਇਟਸ ਨੈਵਰ ਗੋਇੰਗ ਟੂ ਕਮ ਬੈਕ। ਉਹ ਉਸੇ ਪਾਸੇ ਵੱਲ ਨੂੰ ਹੀ ਜਾਂਦਾ ਰਹਿਣਾ ਹੈ। ਨਦੀ ਦਾ ਨੀਰ ਜੋ ਲੰਘ ਗਿਆ ਪੱਤਣੋਂ ਮੁੜ ਨਹੀਂ ਆਉਣਾ ਭਲ ਕੇ, ਬੇੜੀ ਦਾ ਪੂਰ ਤ੍ਰਿੰਜਣ ਦੀਆਂ ਕੁੜੀਆਂ ਬਹਿਣ ਨਾ ਮੁੜ ਕੇ ਰਲ ਕੇ। ਜਿਸ ਤਰ੍ਹਾਂ ਅਸੀਂ ਬੱਸ ਦੇ ਵਿੱਚ, ਜਹਾਜ਼ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ ਬੈਠੇ ਹੁੰਦੇ ਹਾਂ, ਅਗਰ ਉੱਥੇ 40 ਬੰਦੇ ਆ, 50 ਬੰਦੇ ਆ, 60 ਬੰਦੇ, ਅਗਰ ਤੁਸੀਂ ਐਕਸਪੈਕਟ ਕਰੋ ਕਿ ਫੋਲੋਇੰਗ ਡੇ ਵੀ ਉਹੀ ਆਦਮੀ ਉੱਥੇ ਬੈਠੇ ਹੋਣ, ਉਹਨਾਂ ਵਿੱਚ ਕੁਛ ਨਾ ਕੁਛ ਤੇ ਬਹੁਤ ਚੇਂਜਸ ਹੁੰਦੀਆਂ ਹਨ। ਕਿਸੇ ਆਦਮੀ ਨੇ ਕਿਸੇ ਡੈਸਟੀਨੇਸ਼ਨ ਤੇ ਜਾਣਾ ਹੁੰਦਾ ਹੈ, ਕਿਸੇ ਨੇ ਕਿਸੇ ਡੈਸਟੀਨੇਸ਼ਨ ਜਾਣਾ ਹੈ, ਕਿਸੇ ਨੇ ਕਿਸੇ ਪਾਸੇ ਵੱਲ ਜਾਣਾ ਹੁੰਦਾ ਹੈ। ਅਗਰ ਉਸੇ ਬੱਸ ਦੇ ਵਿੱਚ, ਉਸੇ ਟ੍ਰੇਨ ਦੇ ਵਿੱਚ ਜਾਂ ਉਸੇ ਡੱਬੇ ਦੇ ਵਿੱਚ ਉਸ ਦੁਬਾਰਾ ਬੈਠਣਾ ਚਾਹੋ, ਉਹੀ ਆਦਮੀ, ਉਹੀ ਸੋਚ, ਉਹੀ ਚੀਜ਼, ਉਹੀ ਰੰਗ ਲੈ ਕੇ ਅਸੀਂ ਦੁਬਾਰਾ ਉੱਥੇ ਜਾਣਾ ਚਾਹੀਏ, ਅਸੀਂ ਉਹ ਨਹੀਂ ਲਿਜਾ ਸਕਦੇ। ਤੇ ਇਸੇ ਤਰ੍ਹਾਂ ਹੀ ਟਾਈਮ ਹੈ, ਤੇ ਟਾਈਮ ਨੂੰ ਅਸੀਂ ਦੁਬਾਰਾ ਨਹੀਂ ਲਿਜਾ ਸਕਦੇ। ਇਸੇ ਕਰਕੇ ਮੈਂ ਕਿਹਾ ਸੀ ਕਿ ਗੁਰੂਆਂ ਨੇ ਜੋ ਆਦੇਸ਼ ਦਿੱਤੇ ਹਨ ਕਿ ਨਾ ਤੁਸੀਂ ਕੱਲ ਬੀਤ ਕੇ ਕੱਲ ਤੇ ਪਛਤਾਵਾ ਕਰੋ, ਤੇ ਨਾ ਹੀ ਆਉਣ ਵਾਲੇ ਕੱਲ ਦੀ ਚੰਗੀ ਸੋਚ ਰੱਖ ਕੇ ਮਨ ਦੇ ਵਿੱਚ ਕੋਈ ਡਰ ਭਾਵ ਰੱਖੋ। ਸਿਰਫ ਅੱਜ ਨੂੰ ਹੀ ਸਕਸੈਸਫੁਲ, ਅੱਜ ਦੇ ਵਿੱਚ ਹੀ ਰਹਿਣਾ ਸਿੱਖੋ, ਹੁਣ ਦੇ ਵਿੱਚ ਹੀ ਰਹਿਣਾ ਸਿੱਖੋ। ਜਦ ਅਸੀਂ ਹੁਣ ਦੇ ਵਿੱਚ, ਅੱਜ ਦੇ ਵਿੱਚ ਰਹਿਣਾ ਸਿੱਖ ਜਾਵਾਂਗੇ ਤੇ ਸਾਡੀ ਮਨ, ਜੋ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਕਿ ਸੈਟਿਸਫਾਈਡ ਲਾਈਫ, ਇੱਕ ਸ਼ਾਂਤ ਲਾਈਫ, ਇੱਕ ਕਾਈਂਡਨੈਸ ਵਾਲੀ ਲਾਈਫ, ਇੱਕ ਸ਼ਾਂਤੀ ਵਾਲੀ ਜ਼ਿੰਦਗੀ ਜੋ ਸਾਨੂੰ ਗੁਰੂ ਜੀ ਦੇਣਾ ਚਾਹੁੰਦੇ ਨੇ। ਜਿਨ੍ਹਾਂ ਦੇ ਗੁਰੂ ਦੇ ਜੋ ਸ਼ਿਸ਼ ਹੁੰਦੇ ਹਨ, ਜੋ ਸੰਤ ਹੁੰਦੇ ਹਨ, ਕਹਿੰਦੇ ਕਿ ਉਹਨਾਂ ਦੇ ਮੱਥੇ ਤੇ ਇੱਕ ਤਰ੍ਹਾਂ ਦੀ ਚਮਕ ਹੁੰਦੀ ਹੈ, ਦਮਕ ਹੁੰਦੀ ਹੈ। ਉਹਨਾਂ ਦੇ ਦਿਲਾਂ ਵਿੱਚ ਕੋਈ ਭੌ ਨਹੀਂ ਹੁੰਦਾ, ਉਹਨਾਂ ਦੇ ਦਿਲਾਂ ਵਿੱਚ ਕੋਈ ਹੇਰਾ ਫੇਰੀ ਨਹੀਂ ਹੁੰਦੀ। ਜਦੋਂ ਤੁਸੀਂ ਉਹੋ ਜਿਹੇ ਇਨਸਾਨ ਬਣ ਜਾਵੋਗੇ ਫਿਰ ਤੁਹਾਨੂੰ ਕਿਸੇ ਵੀ ਜੰਮ ਦੀ ਡਰ ਨਹੀਂ ਲੱਗੂਗਾ। ਮੋਹੇ ਜੰਮ ਡੰਡ ਨਾ ਲੱਗੀ ਤਜੀਲੇ ਸਰਬ ਜੰਜਾਲ। ਕਹਿੰਦੇ ਕਿ ਜਿਸ ਨੇ ਲਿਖਣਾ ਹੈ ਉਹ ਜੋ ਮਰਜ਼ੀ ਲਿਖ ਲਵੇ, ਉਰਵਰ ਪਾਰ ਕੇ ਦਾਨੀਆਂ ਲਿਖ ਲੈ ਆਲ ਪਤਾਲ, ਮੋਹੇ ਜਮ ਡੰਡ ਨਾ ਲੱਗੀ ਤਜੀਲੇ ਸਰਬ ਜੰਜਾਲ। जैसा रंग कुसुम्भ का तैसा ऐ संसार, मेरे रमैये रंग मजीठ का कह रविदास जमाल। गुरु जी ने अपने शब्दों ਦੇ ਵਿੱਚ ਸਾਡੀ ਜ਼ਿੰਦਗੀ ਨੂੰ ਹਨੇਰੇ ਦੇ ਵਿੱਚੋਂ ਬਾਹਰ ਕੱਢਣ ਦੇ ਲਈ, ਡਾਰਕਨੈਸ ਦੇ ਵਿੱਚੋਂ ਬਾਹਰ ਕੱਢਣ ਦੇ ਲਈ, ਉਸ ਵੈਲੀ ਦੇ ਵਿੱਚੋਂ, ਉਸ ਖਾਈ ਦੇ ਵਿੱਚੋਂ ਬਾਹਰ ਨਿਕਲਣ ਦੇ ਬਹੁਤ ਰਸਤੇ ਦਿਖਾਲੇ ਨੇ। ਹਰ ਇੱਕ ਸ਼ਬਦ, ਹਰ ਇੱਕ ਲਫ਼ਜ਼ ਸਾਨੂੰ ਉਸ ਵੈਲੀ ਦੇ ਵਿੱਚ, ਉਸ ਖਾਈ ਦੇ ਵਿੱਚੋਂ, ਉਸ ਡੰਗਾਈ ਦੇ ਵਿੱਚੋਂ, ਉਸ ਡਾਰਕਨੈਸ ਤੋਂ ਬਾਹਰ ਕੱਢਣ ਦੇ ਲਈ ਕੋਸ਼ਿਸ਼ ਕਰਦਾ ਹੈ। ਪਰ ਅਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਇਹੀ ਸੋਚ ਲੈਂਦੇ ਹਾਂ ਕਿ ਮੈਂ ਪਾਠ ਕੀਤਾ ਸੀ, ਪਾਠ ਕਰਵਾਇਆ ਸੀ, ਲੰਗਰ ਕੀਤਾ ਸੀ, ਲੰਗਰ ਕਰਵਾਇਆ ਸੀ, ਜਾਂ ਮੈਂ ਤੀਰਥ ਅਸਥਾਨ 'ਤੇ ਕਿਤੇ ਗਿਆ ਸੀ, ਜਾਂ ਫਿਰ ਮੈਂ ਇਹੋ ਜਿਹੇ ਰੀਤ ਰਿਵਾਜ ਦੇ ਵਿੱਚ ਰਹਿ ਕੇ ਮੈਂ ਕੋਈ ਵਰਤ ਰੱਖਿਆ ਸੀ, ਮੈਂ ਸਵੇਰੇ ਉੱਠ ਕੇ ਖਾਣਾ ਖਾਧਾ ਸੀ,
ਜਾਂ ਨਹੀਂ ਖਾਧਾ ਸੀ, ਜਾਂ ਮੈਂ ਇੱਕ ਲੱਤ ਦੇ ਭਾਰ ਖੜੇ ਹੋ ਕੇ ਪ੍ਰੇਅਰ ਕੀਤੀ, ਜਾਂ ਫਿਰ ਮੈਂ ਜਾ ਕੇ ਖੜੇ ਹੋ ਕੇ ਪ੍ਰੇਅਰ ਕੀਤੀ, ਜਾਂ ਮੈਂ ਸੌਂ ਕੇ ਪ੍ਰੇਅਰ ਕੀਤੀ, ਇਹਨਾਂ ਦਾ ਕੋਈ ਵੀ ਮਤਲਬ ਨਹੀਂ ਰਹਿ ਜਾਂਦਾ। ਗੁਰੂ ਜੀ ਇਹੀ ਕਹਿੰਦੇ ਹਨ ਕਿ ਚੰਗੇ ਤਰੀਕੇ ਦੇ ਨਾਲ ਹੀ ਜ਼ਿੰਦਗੀ ਜਿਉਣਾ ਇੱਕ ਚੰਗੀ ਪ੍ਰੇਅਰ ਹੈ, ਚੰਗੇ ਪਾਸੇ ਵੱਲ ਚੱਲਣਾ ਹੀ ਇੱਕ ਚੰਗੀ ਪ੍ਰੇਅਰ ਹੈ। ਇਸੇ ਕਰਕੇ ਆਪਾਂ ਦੇਖਦੇ ਹਾਂ ਕਿ ਜੋ ਲੋਕ ਚੰਗੇ ਪਾਸੇ ਵੱਲ ਜਾਂਦੇ ਹਨ, ਚੰਗੀ ਸੋਚ ਰੱਖਦੇ ਹਨ, ਕਿਸੇ ਡਿਗੇ ਹੋਏ ਨੂੰ ਚੁੱਕਦੇ ਹਨ, ਕਿਸੇ ਦਾ ਭਲਾ ਕਰਦੇ ਹਨ, ਉਹਨਾਂ ਨੂੰ ਮੰਦਰਾਂ ਮਸਜਿਦਾਂ ਵਿੱਚ ਜਾ ਕੇ ਕਿਤੇ ਵੀ ਉਹਨਾਂ ਨੂੰ ਆਪਣੇ ਦਰ ਤੇ ਜਾ ਕੇ ਮੱਥੇ ਠੋਕਣ ਦੀ ਜਾਂ ਟੇਕਣ ਦੀ ਜ਼ਰੂਰਤ ਨਹੀਂ ਪੈਂਦੀ। ਉਹਨਾਂ ਨੂੰ ਦਿਖਾਵੇ ਦੀ ਜ਼ਿੰਦਗੀ ਤੋਂ ਦੂਰ ਰਹਿਣ ਦੀ ਸੋਚ ਉਹਨਾਂ ਦੇ ਅੰਦਰ ਹੁੰਦੀ ਹੈ। ਉਹ ਭਲਾ ਚਾਹੁੰਦੇ ਹਨ, ਭਲਾ ਕਰਦੇ ਹਨ, ਦੂਸਰੇ ਇਨਸਾਨ ਨੂੰ ਆਪਣੇ ਅਰਗਾ ਹੀ ਦੇਖਣਾ ਚਾਹੁੰਦੇ ਹਨ। ਆਓ ਆਪਾਂ ਇਹਨਾਂ ਸ਼ਬਦਾਂ ਦੇ ਵਿੱਚੋਂ, ਬਾਣੀ ਦੇ ਵਿੱਚੋਂ ਕੁਛ ਨਾ ਕੁਛ ਸਿੱਖ ਲਈਏ ਤੇ ਮੈਂ ਕਰਨੀ ਛੱਡ ਦਈਏ ਤੇ ਗੁਰੂ ਦੇ ਦੱਸੇ ਹੋਏ ਆਦੇਸ਼ਾਂ ਤੇ ਇਹ ਚੱਲ ਕੇ ਇਹ ਸਿੱਖ ਲਈਏ, ਜਬ ਹਮ ਹੋਤੇ ਤਬ ਤੂ ਨਹੀਂ, अब तू ही मैं नाही, अनल अगम जैसे लहर में ओदद, जल केवल जल माही। जय गुरुदेव, धन गुरुदेव।